ਇੱਕ ਤਾਂ ਹੁੰਦਾ ਕ੍ਰਾਈਮ, ਉਹ ਇਹੋ ਜਿਹਾ ਕ੍ਰਾਈਮ ਜਿਹੜੇ ਕਰਨ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਅਸੀਂ ਕ੍ਰਾਈਮ ਕਰ ਰਹੇ ਹਾਂ। ਬੰਦਾ ਕੋਈ ਗੈਂਗ ਰਿਲੇਟਡ ਐਕਟੀਵਿਟੀ 'ਚ ਹੈ, ਬੰਦਾ ਕੋਈ ਡਰੱਗ ਸਮਗਲਿੰਗ ਕਰ ਰਿਹਾ, ਬੰਦਾ ਹੋਰ ਬਦਮਾਸ਼ੀ ਕਰ ਰਿਹਾ, ਕੋਈ ਇਸ ਕਿਸਮ ਦੇ ਜਿਹੜੇ ਲੋਕ ਨੇ। ਇੱਕ ਸਧਾਰਨ ਲੋਕ ਨੇ, ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਵੀ ਉਹ ਵੀ ਕ੍ਰਾਈਮ ਕਰਦੇ ਨੇ। ਉਹ ਹੋ ਸਕਦਾ ਵੀ ਜਿਵੇਂ ਘਰਾਂ 'ਚ ਝਗੜੇ, ਡੋਮੈਸਟਿਕ ਵਾਇਲੈਂਸ, ਜਾਂ ਜਿਹੜੇ ਟ੍ਰੈਫਿਕ ਰਿਲੇਟਡ ਤੁਸੀਂ ਦੱਸਿਆ ਡਰਿੰਕ ਐਂਡ ਡਰਾਈਵਿੰਗ। ਬਿਲਕੁਲ, ਕਈ ਵਾਰ ਬੰਦੇ ਨੂੰ ਇਹ ਵੀ ਭੁਲੇਖਾ ਹੋ ਜਾਂਦਾ ਕਿ ਮੈਂ ਫੜਿਆ ਨਹੀਂ ਜਾਊਂਗਾ, ਕਿ ਮੈਂ ਤਾਂ ਕਰਦਾ ਹਾਂ, ਪਰ ਇਹ ਵੀ ਇੱਕ ਗਲਤ ਫਹਿਮੀ ਹੈ। ਤੁਸੀਂ ਕਦੇ ਨਾ ਕੋਈ ਗਲਤੀ ਜ਼ਰੂਰ ਕਰੋਗੇ ਜਿਹਨਾਂ ਤੁਸੀਂ ਫੜੇ ਜਾਓਗੇ। ਤਾਂ ਕਿਸੇ ਛੋਟੀ ਜਿਹੀ ਗੱਲ ਤੇ ਲੜਾਈ ਹੋਈ, ਮੁੜ ਕੇ ਇੱਕ ਦੂਸਰੇ ਨੇ ਕੋਈ ਗੱਲ ਕਹਿ ਦਿੱਤੀ, ਤੁਹਾਨੂੰ ਗੁੱਸਾ ਆ ਗਿਆ, ਗੁੱਸੇ ਚੱਕ ਕੇ ਕੋਈ ਤੁਸੀਂ ਚੀਜ਼ ਮਾਰ ਦਿੱਤੀ। ਤੁਹਾਡਾ ਇਰਾਦਾ ਕੋਈ ਮਾਰਨ ਦਾ ਨਹੀਂ ਸੀ, ਪਰ ਉਹ ਗਲਤ ਥਾਂ ਤੇ ਵੱਜ ਗਈ। ਬਿਲਕੁਲ, ਤੇ ਦੂਸਰੇ ਪਾਸੇ ਜਾਨ ਚਲੇ ਗਈ। ਜ਼ਰੂਰੀ ਨਹੀਂ ਹੁੰਦਾ ਵੈਪਨ ਦਾ ਮਤਲਬ ਹੁੰਦਾ ਕਿ ਕੋਈ ਹਥਿਆਰ, ਕੋਈ ਪਿਸਟਲ, ਕੋਈ ਚਾਕੂ ਹੀ ਹੋਵੇ। ਵੈਪਨ ਮਤਲਬ ਹੁੰਦਾ ਵੀ ਤੁਸੀਂ ਕਿਸੇ ਵੀ ਚੀਜ਼ ਨੂੰ, ਜੇ ਤੁਸੀਂ ਐਜ਼ ਅ ਵੈਪਨ ਯੂਜ਼ ਕਰ ਰਹੇ ਹੋ ਤਾਂ ਦੂਸਰੇ ਨੂੰ ਹਾਰਮ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹਨੂੰ ਵੈਪਨ ਮੰਨਿਆ ਜਾਂਦਾ ਆਪਣੇ ਲਾਅ 'ਚ। ਤੁਸੀਂ ਸਪੋਜ਼ ਕਰੋ ਥੱਪੜ ਮਾਰਿਆ ਸੀ ਤਾਂ ਤੁਹਾਡੇ 'ਤੇ ਅਸੌਲਟ ਲੱਗਿਆ, ਇੱਕ ਅਸੌਲਟ ਵਿਦ ਵੈਪਨ ਲੱਗਿਆ ਹੋਇਆ, ਉਹ ਕਹਿੰਦਾ ਜੀ ਵੈਪਨ ਤਾਂ ਸਾਡੇ ਕੋਲ ਹੈ ਹੀ ਨਹੀਂ ਸੀਗਾ, ਇਹ ਕਿਵੇਂ ਲੱਗ ਗਿਆ? ਪਰ ਉਹ ਬਹੁਤ ਸੀਰੀਅਸ ਚਾਰਜ ਹੈ ਅਸੌਲਟ ਵਿਦ ਵੈਪਨ। ਬੜਾ ਇੰਪੋਰਟੈਂਟ ਪੱਖ ਹੈ, ਕਿਉਂਕਿ ਸਾਡੀ ਕਮਿਊਨਿਟੀ 'ਚ ਕਾਫੀ ਵੱਡਾ ਸੈਕਸ਼ਨ ਇਹੋ ਜਿਹਾ ਜਿਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਇਹ ਹੁੰਦਾ ਕਿ ਜਾਂ ਤਾਂ ਉਹ ਸਟੂਡੈਂਟ ਵੀਜ਼ਾ 'ਤੇ ਨੇ, ਜਾਂ ਵਰਕ ਪਰਮਿਟ 'ਤੇ ਨੇ, ਜਾਂ ਹੋਰ ਕੋਈ ਇਸ ਕਿਸਮ ਦਾ ਸਟੇਟਸ ਹੋ ਸਕਦਾ। ਈਵਨ PR ਵਾਲੇ ਨੇ ਜਿਹੜੇ, ਜਿਨ੍ਹਾਂ ਲਈ ਕਈ ਸਿਚੁਏਸ਼ਨਸ ਡਿਫਰੈਂਟ ਹੋ ਸਕਦੀਆਂ ਨੇ ਸਿਟੀਜ਼ਨ ਦੇ ਮੁਕਾਬਲੇ, ਜਦੋਂ ਉਹ ਕਿਸੇ ਤਰ੍ਹਾਂ ਇਹੋ ਜਿਹੀ ਕਾਨੂੰਨੀ ਸਿਚੁਏਸ਼ਨ 'ਚ ਫਸ ਜਾਣ ਜਿਹਦੇ 'ਚ ਉਹਨਾਂ ਦਾ ਵਾਕ ਕੋਈ ਜੇ ਉਹਨਾਂ ਤੋਂ ਕੋਈ ਕ੍ਰਿਮੀਨਲ ਕੇਸ 'ਚ ਸ਼ਾਮਲ ਹੋ ਗਏ, ਜਾਂ ਕੋਈ ਟ੍ਰੈਫਿਕ ਅਫੈਂਸ ਹੋ ਗਿਆ, ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਇਹੋ ਜਿਹੀ ਸਿਚੁਏਸ਼ਨ 'ਚੋਂ ਫਸ ਗਏ, ਤਾਂ ਉਹਨਾਂ ਲਈ ਇਹ ਸਿਚੁਏਸ਼ਨ ਕਾਫੀ ਮਹਿੰਗੀ ਹੋ ਸਕਦੀ ਹੈ। ਸੋ ਇਹਦੇ 'ਚ ਕਿਹੜੀਆਂ ਚੀਜ਼ਾਂ ਕਿਸ ਤਰ੍ਹਾਂ ਦੀ ਟਰਬਲ ਕ੍ਰੀਏਟ ਕਰ ਸਕਦੀਆਂ ਨੇ, ਇਸ ਗੱਲ ਨੂੰ ਸਮਝਣ ਵਾਸਤੇ ਅੱਜ ਅਸੀਂ ਗੱਲਬਾਤ ਕਰਨੀ ਹੈ। ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਖਾਸ ਕਰਕੇ ਉਹਨਾਂ ਲਈ ਜਿਹੜੇ ਸਿਟੀਜ਼ਨ ਨਹੀਂ। ਇਹਦੇ ਬਾਰੇ ਅਸੀਂ ਬੇਨਤੀ ਕੀਤੀ ਹੈ। ਸਾਡੇ ਨਾਲ ਜਸਟ ਲੀਗਲਸ ਤੋਂ ਜਸਵਿੰਦਰ ਸਿੰਘ ਨੇ, ਬੈਰਿਸਟਰ ਐਂਡ ਸੋਲਿਸਿਟਰ, ਸਾਡੇ ਨਾਲ ਸਟੂਡੀਓ 'ਚ ਨੇ। ਜਸਵਿੰਦਰ ਜੀ, ਜੀ ਆਇਆਂ ਨੂੰ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ ਮੈਨੂੰ ਬੁਲਾਉਣ ਲਈ ਜੀ, ਬਹੁਤ ਵਧੀਆ। ਇਹ ਸਿਚੁਏਸ਼ਨ ਕਾਫੀ ਕਈਆਂ ਲਈ ਤਾਂ ਕੰਪਲੀਕੇਟਡ ਹੋ ਸਕਦੀ ਹੈ। ਹਾਂਜੀ, ਟ੍ਰੈਫਿਕ ਤੋਂ ਸ਼ੁਰੂ ਕਰ ਲਈਏ ਤੇ ਜਿਹੜੇ ਅੱਗੇ ਜਾ ਕੇ ਕ੍ਰਾਈਮ ਦੀਆਂ ਘਟਨਾਵਾਂ ਨੇ। ਹਾਂਜੀ, ਸੋ ਆਪਾਂ ਇੱਕ ਕਰਕੇ ਸ਼ੁਰੂ ਕਰਦੇ ਹਾਂ। ਠੀਕ ਹੈ ਜੀ। ਪਹਿਲਾਂ ਤਾਂ ਸਭ ਤੋਂ ਵੱਡੀ ਜਿਹੜੀ ਕਮਿਊਨਿਟੀ ਹੈਗੀ ਹੈ, ਸਟੂਡੈਂਟ ਕਮਿਊਨਿਟੀ ਆ। ਜਿਹੜੇ ਸਟੂਡੈਂਟ ਨੇ, ਉਹਨਾਂ ਦੀਆਂ ਟ੍ਰੈਫਿਕ ਦੀਆਂ ਵੀ ਵਾਇਲੇਸ਼ਨਸ ਹੋ ਸਕਦੀਆਂ ਨੇ, ਜਾਂ ਕੋਈ ਕ੍ਰਿਮੀਨਲ ਐਕਟੀਵਿਟੀ ਵੀ ਹੋ ਸਕਦੀ ਹੈ। ਉਹਨਾਂ ਨੂੰ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਜੇ ਤੁਸੀਂ ਟ੍ਰੈਫਿਕ ਤੋਂ ਸ਼ੁਰੂ ਕਰੋ ਪਹਿਲਾਂ? ਦੇਖੋ ਜੀ, ਵੈਸੇ ਤਾਂ ਆਪਾਂ ਕੈਨੇਡਾ 'ਚ ਹੈਗੇ ਹਾਂ, ਤਾਂ ਜਿੰਨੇ ਵੀ ਕੈਨੇਡਾ 'ਚ ਲਾਜ਼ ਨੇ, ਚਾਹੇ ਉਹ ਟ੍ਰੈਫਿਕ ਦੇ ਰਿਲੇਟਿਡ ਲਾਜ਼ ਨੇ, ਕ੍ਰਿਮੀਨਲ ਲਾਅ ਹੈ ਜੀ, ਕੋਈ ਹੋਰ ਤਰ੍ਹਾਂ ਦਾ ਲਾਅ ਹੈ, ਉਹ ਹਰ ਇੱਕ ਬੰਦੇ ਨੂੰ ਹਰੇਕ ਲਾਅ ਫੋਲੋ ਕਰਨਾ ਪੈਂਦਾ ਅਤੇ ਕਰਨਾ ਚਾਹੀਦਾ ਜੀ। ਜੇ ਆਪਾਂ ਉਹਨਾਂ ਨੂੰ ਬਰੀਚ ਕਰਾਂਗੇ, ਉਹਨਾਂ ਨੂੰ ਕੋਈ ਤੋੜਾਂਗੇ, ਤਾਂ ਕੋਈ ਨਾ ਕੋਈ ਆਪਾਂ ਨੂੰ ਕੌਨਸੀਕੁਐਂਸਿਸ ਭੁਗਤਣੇ ਪੈਣਗੇ। ਐਜ਼ ਸਟੂਡੈਂਟਸ ਉਹਨਾਂ ਨੂੰ ਥੋੜ੍ਹਾ ਜਿਹਾ ਵੱਧ ਖਿਆਲ ਰੱਖਣਾ ਪੈਂਦਾ, ਕਿਉਂਕਿ ਉਹਨਾਂ 'ਤੇ ਇੱਕ ਤਾਂ ਸਰਕਾਰ ਨੇ ਕਿ ਰਿਸਟ੍ਰਿਕਸ਼ਨਸ ਲਾਈਆਂ ਹੁੰਦੀਆਂ ਨੇ ਕੰਮ ਕਰਨ ਦੀਆਂ, ਕਿ ਕਿੰਨਾ ਪੜ੍ਹਨਾ ਹੈ, ਕਿੰਨਾ ਕੰਮ ਕਰਨਾ ਹੈ। ਉਸ ਤੋਂ ਇਲਾਵਾ ਜੇ ਉਹ ਕਿਤੇ ਕ੍ਰਿਮੀਨਲ ਅਫੈਂਸ ਜਾਂ ਕਿਸੇ ਹੋਰ ਚੀਜ਼ 'ਚ ਫਸ ਜਾਂਦੇ ਨੇ, ਉਹਨਾਂ ਲਈ ਕੋਈ ਸਪੈਸ਼ਲ ਕੌਨਸੀਕੁਐਂਸਿਸ ਵੀ ਹੋ ਸਕਦੇ ਨੇ, ਉਹਨਾਂ 'ਤੇ ਜ਼ਿਆਦਾ ਸੀਰੀਅਸ ਕੌਨਸੀਕੁਐਂਸਿਸ ਹੋ ਸਕਦੇ ਨੇ। ਮਤਲਬ ਸਿੱਧੀ ਗੱਲ ਹੈ ਜੀ, ਜੇ ਤੁਹਾਡੀ PR ਦੀ ਜਾਂ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ 'ਤੇ ਅਸਰ ਪੈ ਗਿਆ, ਜਾਂ ਤੁਹਾਨੂੰ ਵਾਪਸ ਜਾਣਾ ਪੈ ਗਿਆ, ਬਿਲਕੁਲ ਇਹ ਚੀਜ਼ ਸਿਟੀਜ਼ਨ ਨਾਲ ਨਹੀਂ ਨਾ ਹੋਏਗੀ। ਬਿਲਕੁਲ ਸਿਟੀਜ਼ਨ ਦਾ ਤਾਂ ਇਕੱਲਾ ਜੇਲ੍ਹ ਜਾ ਕੇ ਉਹਦੇ ਨਾਲ ਸਰ ਜਾਏਗਾ। ਅਤੇ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਤੁਹਾਡਾ ਸਾਰਾ ਪਲਾਨ ਜਿਹੜਾ ਤੁਸੀਂ ਲੱਖਾਂ ਰੁਪਇਆ ਖਰਚਿਆ ਹੁੰਦਾ ਇੱਥੇ ਪਹੁੰਚਣ ਲਈ, ਉਹ ਸਭ ਖਤਮ ਹੋ ਜਾਂਦਾ ਜੀ, ਸਭ ਖਤਮ ਹੋ ਜਾਂਦਾ। ਇਸ ਜਸਟ ਇੱਕ ਗਲਤੀ ਕਰਕੇ। ਤਾਂ ਜਿਵੇਂ ਕੋਈ ਵੀ ਸਟੂਡੈਂਟ ਕਦੇ ਕੋਈ ਟ੍ਰੈਫਿਕ ਟਿਕਟ ਉਹਨੂੰ ਮਿਲਦੀ ਹੈ, ਚਾਹੇ ਉਹ ਸਪੀਡਿੰਗ ਟਿਕਟ ਹੈ, ਪਾਰਕਿੰਗ ਟਿਕਟ ਹੈ, ਕੋਈ ਵਿਦਾਊਟ ਇੰਸ਼ੋਰੈਂਸ ਡਰਾਈਵ ਕਰਨ ਦੀ ਟਿਕਟ ਹੈ, ਵਿਦਾਊਟ ਲਾਇਸੈਂਸ ਡਰਾਈਵ ਕਰਨ ਦੀ ਟਿਕਟ ਹੈ, ਉਹ ਕੋਈ ਵੀ ਟਿਕਟ ਹੈ, ਉਹਦੇ ਨਾਲ ਥੈਂਕਫੁਲੀ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ 'ਤੇ ਨਹੀਂ ਫਰਕ ਪੈਂਦਾ, ਪਰ ਹਾਂ ਉਹਨਾਂ ਨੂੰ ਫਾਈਨ ਲੱਗ ਸਕਦਾ ਜੀ, ਉਹਨਾਂ ਡਰਾਈਵਿੰਗ ਲਾਇਸੈਂਸ ਸਸਪੈਂਡ ਹੋ ਸਕਦਾ, ਉਹਨਾਂ ਨੂੰ ਕੋਈ ਰਿਮੀਡੀਅਲ ਪ੍ਰੋਗਰਾਮ ਕਰਨਾ ਪੈ ਸਕਦਾ, ਅਤੇ ਉਹਨਾਂ ਦੇ ਡੀਮੈਰਿਟ ਪੁਆਇੰਟਸ, ਜਿਹੜੇ ਕਿ ਸਭ ਤੋਂ ਜ਼ਿਆਦਾ ਸਟੂਡੈਂਟ ਡਰਦੇ ਨੇ ਜਿਹਦੇ ਤੋਂ, ਕਿ ਡੀਮੈਰਿਟ ਪੁਆਇੰਟਸ ਚੜ੍ਹ ਜਾਂਦੇ ਨੇ ਤੁਹਾਡੇ ਲਾਇਸੈਂਸ 'ਤੇ, ਜਿਹਦੇ ਨਾਲ ਹੁੰਦਾ ਵੀ ਇੱਕ ਪੁਆਇੰਟਸ ਤੱਕ ਜਦੋਂ ਪਹੁੰਚ ਜਾਂਦੇ ਨੇ, ਫਿਰ ਤੁਹਾਡਾ ਲਾਇਸੈਂਸ ਸਸਪੈਂਡ ਹੋ ਸਕਦਾ, ਐਂਡ ਇੰਸ਼ੋਰੈਂਸ ਵੱਧ ਜਾਂਦੀ ਹੈ।
ਤਾਂ ਇੱਕ ਸਟੂਡੈਂਟ ਦੀ ਲਾਈਫ 'ਚ ਜੇ ਉਹਦੀ ਇੰਸ਼ੋਰੈਂਸ ਵੱਧ ਜੇ, ਉਹਨੂੰ ਫਾਈਨ ਦੇਣਾ ਪੈ ਜੇ, ਉਹਦੇ ਡੀਮੈਰਿਟ ਪੁਆਇੰਟਸ ਚੜ੍ਹ ਜਾਣ, ਅਤੇ ਉਹ ਵੀ ਇੱਕ ਵੱਡਾ ਝਟਕਾ ਹੁੰਦਾ ਹਰ ਬੰਦੇ ਲਈ, ਕਿਉਂਕਿ ਫਾਈਨੈਂਸਿਸ ਟਾਈਟ ਹੁੰਦੇ ਨੇ। ਤਾਂ ਚਾਹੇ ਟ੍ਰੈਫਿਕ ਟਿਕਟ ਦੇ ਜਾਂ ਜਿਹੜਾ ਇਹਨਾਂ ਨੂੰ HT ਓਫੈਂਸਿਸ ਕਹਿੰਦੇ ਆਪਾਂ, ਹਾਈਵੇ ਟ੍ਰੈਫਿਕ ਐਕਟ ਦੇ ਓਫੈਂਸਿਸ, ਤਾਂ ਇਹਨਾਂ 'ਚ ਚਾਹੇ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਨਹੀਂ ਹੈਗੇ, ਪਰ ਤੁਹਾਡੀ ਇੰਸ਼ੋਰੈਂਸ 3 ਸਾਲ ਲਈ ਵੱਧ ਜਾਂਦੀ ਹੈ, ਤੁਹਾਨੂੰ ਫਾਈਨ ਦੇਣਾ ਪੈਂਦਾ, ਫਿਰ ਤੁਹਾਨੂੰ ਕੇਸ ਲੜਨਾ ਪੈਂਦਾ ਕੋਰਟ 'ਚ ਜਾ ਕੇ, ਜਾਂ ਤਾਂ ਤੁਸੀਂ ਗਿਲਟੀ ਪਲੀਡ ਕਰਦੇ ਹੋ ਜਾਂ ਤੁਸੀਂ ਟਰਾਇਲ 'ਤੇ ਜਾਂਦੇ ਹੋ, ਤੁਹਾਨੂੰ ਹੋਰ ਵੀ ਕੌਨਸੀਕੁਐਂਸਿਸ ਹੋ ਜਾਂਦਾ। ਇਸ ਕਰਕੇ ਫਾਈਨੈਂਸ਼ੀਅਲੀ ਤੁਹਾਨੂੰ ਸੈਟਬੈਕ ਧੱਕਾ ਲੱਗਦਾ। ਫਾਈਨੈਂਸ਼ੀਅਲੀ ਉਹਨਾਂ ਲਈ ਬੜੀ ਵੱਡੀ ਚੀਜ਼ ਹੁੰਦੀ ਹੈ। ਜੇ ਤੁਹਾਡੀ ਇੰਸ਼ੋਰੈਂਸ ਹੀ $100 ਵੱਧ ਗਈ, ਬਿਲਕੁਲ ਜੀ, ਤੇ ਬੜਾ ਵੱਡਾ ਇੰਪੈਕਟ ਹੁੰਦਾ। ਪਰ ਇਹ ਇਸ ਤੋਂ ਹੁਣ ਅੱਗੇ ਆ ਗਏ ਜਿਹੜੇ ਕ੍ਰਿਮੀਨਲ ਓਫੈਂਸਿਸ ਨੇ, ਹਾਂਜੀ, ਉਹ ਕਿਸੇ ਤਰ੍ਹਾਂ ਦੇ ਵੀ, ਕਿਸੇ ਵੀ ਨੇਚਰ ਦੇ ਹੋ ਸਕਦੇ। ਹਾਂਜੀ, ਬਿਲਕੁਲ। ਉਹਨਾਂ ਬਾਰੇ ਦੱਸੋ, ਕਿਉਂਕਿ ਉਹਨਾਂ ਦੀਆਂ ਬਹੁਤ ਸੀਰੀਅਸ ਕੌਨਸੀਕੁਐਂਸਿਸ ਹੋ ਸਕਦੇ। ਬਿਲਕੁਲ ਜੀ, ਕ੍ਰਿਮੀਨਲ ਓਫੈਂਸ ਦੀਆਂ ਤਾਂ ਬਹੁਤ ਜ਼ਿਆਦਾ ਸੀਰੀਅਸ ਕੌਨਸੀਕੁਐਂਸਿਸ ਨੇ ਜੀ, ਚਾਹੇ ਸਟੂਡੈਂਟਸ ਹੋਣ, ਵਰਕਰਸ ਹੋਣ, ਈਵਨ PRs ਹੋਣ। ਆਪਾਂ ਸਟੂਡੈਂਟਸ ਅਤੇ ਵਰਕਰਸ ਨੂੰ ਇੱਕ ਕੈਟੇਗਰੀ 'ਚ ਰੱਖ ਲੈਂਦੇ ਹਾਂ, ਜਿਹੜੇ ਬੰਦੇ ਵਰਕ ਪਰਮਿਟ 'ਤੇ ਨੇ। PR ਨੂੰ ਆਪਾਂ ਇੱਕ ਡਿਫਰੈਂਟ ਸੈਪਰੇਟ ਕੈਟੇਗਰੀ 'ਚ ਰੱਖ ਲੈਂਦੇ ਹਾਂ। ਸਿਟੀਜ਼ਨਸ ਨੂੰ ਕੋਈ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਨਹੀਂ ਹੁੰਦੇ ਜੀ। ਜੇ ਕੋਈ ਸਟੂਡੈਂਟ ਜਾਂ ਵਰਕਰ ਕੋਈ ਵੀ ਕ੍ਰਿਮੀਨਲ ਓਫੈਂਸ ਲਈ ਚਾਰਜ ਹੁੰਦਾ ਕੈਨੇਡਾ 'ਚ, ਪਹਿਲੀ ਗੱਲ ਤਾਂ ਉਹ ਚਾਰਜ ਉਹ ਚਾਰਜ ਹੀ ਜਦੋਂ ਹੋਇਆ, ਹਾਲੇ ਤਾਂ ਦੋਸ਼ੀ ਵੀ ਨਹੀਂ ਸਾਬਤ ਹੋਇਆ, ਉੱਥੋਂ ਹੀ ਕੌਨਸੀਕੁਐਂਸਿਸ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਜਦੋਂ ਤੁਸੀਂ ਚਾਰਜ ਹੁੰਦੇ ਹੋ, ਕਈ ਵਾਰੀ ਤੁਹਾਨੂੰ ਆਪਣੇ ਜੋਬ 'ਚ ਥੋੜ੍ਹੀ ਓਬਲੀਗੇਸ਼ਨ ਹੁੰਦੀ, ਤੁਹਾਨੂੰ ਦੱਸਣਾ ਪੈਂਦਾ ਕਿ ਮੈਂ ਚਾਰਜ ਹੋਇਆ, ਜਾਂ ਤੁਸੀਂ ਨੈਕਸਟ ਜੋਬ ਅਪਲਾਈ ਕਰਦੇ ਹੋ ਤਾਂ ਤੁਹਾਡਾ ਕ੍ਰਿਮੀਨਲ ਰਿਕਾਰਡ ਚੈੱਕ ਕਰਵਾਉਂਦੇ ਨੇ। ਉਹਦੇ ਵਿੱਚ ਕਈ ਵਾਰ ਆ ਜਾਂਦਾ ਹੁੰਦਾ, ਡਿਪੈਂਡਿੰਗ ਔਨ ਕਿਸ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਹੁੰਦਾ, ਉਹਦੀ ਬਾਰੇ ਆਪਾਂ ਬਾਅਦ 'ਚ ਗੱਲ ਕਰ ਦਿੰਦੇ ਹਾਂ। ਅਤੇ ਉਹ ਜੋਬ ਤੁਹਾਨੂੰ ਛੱਡਣੀ ਪੈ ਸਕਦੀ, ਨਵੀਂ ਜੋਬ ਨਹੀਂ ਮਿਲ ਸਕਦੀ ਤੁਹਾਨੂੰ, ਹੋ ਸਕਦਾ ਨਵੀਂ ਜੋਬ ਤੁਹਾਨੂੰ ਨਾ ਦੇਣ, ਹੋ ਸਕਦਾ ਤੁਹਾਡੀ ਪ੍ਰਮੋਸ਼ਨ ਰੁਕ ਜੇ ਉਸ ਕਰਕੇ। ਤਾਂ ਇੱਕ ਉਸ ਤੋਂ ਇਲਾਵਾ ਇਹ ਸਾਰੀ ਚੀਜ਼ਾਂ ਇੱਕ ਕ੍ਰਿਮੀਨਲ ਕੇਸ ਨੂੰ ਲੜਨ ਦੇ ਸਟਰੈਸ ਤੋਂ ਇਲਾਵਾ ਨੇ ਚੀਜ਼ਾਂ। ਤੁਸੀਂ ਚਾਰਜ ਹੋ ਜਾਂਦੇ ਹੋ ਜੀ, ਫਿਰ ਡਿਪੈਂਡਿੰਗ ਔਨ ਤੁਹਾਡੇ 'ਤੇ ਕਿਸ ਤਰ੍ਹਾਂ ਦਾ ਚਾਰਜ ਲੱਗਿਆ, ਕਿਹੜੇ ਓਫੈਂਸ ਦਾ ਚਾਰਜ ਲੱਗਿਆ, ਤਾਂ ਉਹਦੇ ਨਾਲ ਤੁਹਾਡੇ ਕੌਨਸੀਕੁਐਂਸਿਸ ਡਿਫਰੈਂਟ ਹੋ ਜਾਂਦੇ ਨੇ ਜੀ। ਆਪਣੇ ਕੈਨੇਡੀਅਨ ਕ੍ਰਿਮੀਨਲ ਕੋਡ 'ਚ ਮੈਂ ਜੇ ਤੁਹਾਨੂੰ ਲੇਮੈਨ ਦੀ ਇੱਕ ਲੈਂਗੁਏਜ ਦੱਸਦਾ ਕਿ ਸਾਰੇ ਸਮਝ ਸਕਣ, 3 ਤਰ੍ਹਾਂ ਦੇ ਓਫੈਂਸਿਸ ਨੇ ਜੀ। ਇੱਕ ਘੱਟ ਸੀਰੀਅਸ, ਇੱਕ ਜ਼ਿਆਦਾ ਸੀਰੀਅਸ, ਇੱਕ ਨੂੰ ਆਪਾਂ ਹਾਈਬ੍ਰਿਡ ਕਹਿ ਦਿੰਦੇ ਹਾਂ, ਵਿਚਾਲੜੇ, ਜਿਨ੍ਹਾਂ ਨੂੰ ਜਿਹੜਾ ਕਰਾਊਨ ਅਟਰਨੀ ਹੁੰਦਾ, ਜਿਹਨੂੰ ਸਰਕਾਰੀ ਵਕੀਲ ਆਪਾਂ ਕਹਿ ਸਕਦੇ ਹਾਂ, ਉਹਦੀ ਮਰਜ਼ੀ ਹੁੰਦੀ ਆ ਕਿ ਉਹ ਲੈਸ ਸੀਰੀਅਸ ਵਾਲੀ ਵੀ ਉਹਨੂੰ ਲਿਜਾ ਸਕਦਾ ਜਾਂ ਜ਼ਿਆਦਾ ਸੀਰੀਅਸ ਵਾਲੀ ਵੀ ਲਿਜਾ ਸਕਦਾ, ਡਿਪੈਂਡਿੰਗ ਔਨ ਐਲੀਗੇਸ਼ਨਸ ਕੀ ਨੇ, ਆਰੋਪ ਕੀ ਨੇ ਜੀ। ਤਾਂ ਕੈਨੇਡਾ 'ਚ ਲਾਅ ਇਹ ਹੈ, ਇਮੀਗ੍ਰੇਸ਼ਨ ਲਾਅ ਕੀ ਕਹਿੰਦਾ ਕਿ ਜੇ ਕੋਈ ਟੈਂਪਰੇਰੀ ਰੈਜ਼ੀਡੈਂਟ ਜੋ ਕਿ ਸਟੂਡੈਂਟ ਜਾਂ ਵਰਕਰ ਹੈਗਾ, ਉਹ ਕਿਸੇ ਓਫੈਂਸ 'ਚ ਕਨਵਿਕਟ ਹੋ ਜਾਂਦੇ ਨੇ ਜੀ, ਤਾਂ ਉਹਨਾਂ ਨੂੰ ਇਨਐਡਮਿਸਿਬਲ ਹੋ ਜਾਂਦੇ ਨੇ ਕੈਨੇਡਾ 'ਚ, ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ, ਵਾਪਸ ਚਲੇ ਜਾਣਗੇ। ਤਾਂ ਜੇ ਤੁਸੀਂ ਕੋਈ ਤੁਹਾਨੂੰ ਓਫੈਂਸ ਦਾ ਚਾਰਜ ਲੱਗਦਾ ਤੁਹਾਡੇ 'ਤੇ, ਤੁਸੀਂ ਉਸ ਟਾਈਮ ਤੁਹਾਡੇ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਨਹੀਂ ਹੈਗੇ। ਪਰ ਜੇ ਤੁਸੀਂ ਉਸ 'ਚ ਦੋਸ਼ੀ ਪਾਏ ਜਾਂਦੇ ਹੋ, ਕਨਵਿਕਟ ਹੋ ਜਾਂਦੇ ਹੋ, ਤਾਂ ਤੁਸੀਂ ਇਨਐਡਮਿਸਿਬਲ ਹੋ ਜਾਂਦੇ ਹੋ ਕੈਨੇਡਾ 'ਚ, ਤੁਹਾਨੂੰ ਡਿਪੋਰਟ ਕੀਤਾ ਜਾਏਗਾ, ਤੁਹਾਡਾ ਸਟੇਟਸ ਰੀਨਿਊ ਨਹੀਂ ਹੋਏਗਾ। ਜੇ ਤੁਸੀਂ ਸਟੂਡੈਂਟ ਤੋਂ ਵਰਕਰ ਬਣਨਾ, ਤੁਹਾਨੂੰ ਉਹ ਰੀਨਿਊ ਨਹੀਂ ਹੋਏਗਾ, ਤੁਹਾਨੂੰ ਰਿਜੈਕਟ ਕਰ ਦਿੱਤਾ ਜਾਏਗਾ। ਜਾਂ ਤੁਹਾਡਾ ਜੇ ਸਟੇਟਸ ਹਲੇ ਪਿਆ, ਹੋ ਸਕਦਾ ਤੁਹਾਨੂੰ CBSA ਵਾਲੇ ਜਿਹੜੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੈ, ਉਹ ਤੁਹਾਨੂੰ ਡਿਪੋਰਟ ਕਰ ਦੇਣ, ਤੁਹਾਡੇ ਅਗੇਂਸਟ ਪ੍ਰੋਸੀਡਿੰਗ ਸ਼ੁਰੂ ਹੋ ਜਾਣ। ਤਾਂ ਇਸ ਕਰਕੇ ਜੇ ਤੁਸੀਂ ਕਿਸੇ ਵੀ ਕ੍ਰਿਮੀਨਲ ਓਫੈਂਸ ਲਈ, ਮੋਸਟਲੀ ਫॉर ਸਟੂਡੈਂਟਸ ਐਂਡ ਵਰਕਰਸ, ਮੈਂ ਜ਼ਿਆਦਾ ਡਿਟੇਲਸ ਨਹੀਂ ਜਾਣਦਾ, ਪਰ ਮੋਸਟਲੀ ਉਹ ਕਿਸੇ ਵੀ ਓਫੈਂਸ ਲਈ ਚਾਰਜ ਹੋ ਜਾਣ ਅਤੇ ਕਨਵਿਕਟ ਹੋ ਜਾਣ, ਉਹਨਾਂ ਲਈ ਇਮੀਗ੍ਰੇਸ਼ਨ ਸਟੇਟਸ ਖਤਮ ਹੈ। ਤੁਹਾਡੀ ਸਾਰੀ ਮਿਹਨਤ, ਤੁਹਾਡਾ ਸਾਰਾ ਕ੍ਰਿਮੀਨਲ ਚਾਰਜਸ ਦੇ ਵਿੱਚ ਸਿਰਫ ਇਹੀ ਨਹੀਂ ਕਿ ਤੁਸੀਂ ਕੋਈ ਡਰੱਗ ਸਮਗਲਿੰਗ 'ਚ ਇਨਵੋਲਵ ਹੋ। ਹਾਂਜੀ, ਮਤਲਬ ਜੇ ਡੋਮੈਸਟਿਕ ਵਾਇਲੈਂਸ ਦਾ ਕੋਈ ਇਸ਼ੂ ਹੈ, ਬਿਲਕੁਲ, ਜਿਵੇਂ ਆਪਾਂ ਅਸੌਲਟ ਕਹਿ ਦਿੰਦੇ ਹਾਂ ਜੀ, ਜਿਵੇਂ ਡੋਮੈਸਟਿਕ ਅਸੌਲਟ ਹੈ ਆਪਣੀ, ਅੱਜ ਕੱਲ੍ਹ ਅਨਫੋਰਚੂਨੇਟਲੀ ਕਮਿਊਨਿਟੀ ਬਹੁਤ ਜ਼ਿਆਦਾ ਕੇਸਿਸ ਆਉਂਦੇ ਨੇ ਜੀ। ਉਹਦੇ ਵਿੱਚ ਕੀ ਹੈ ਕਿ ਜਦੋਂ ਤੁਹਾਡੇ 'ਤੇ ਡੋਮੈਸਟਿਕ ਅਸੌਲਟ ਦਾ ਚਾਰਜ ਲੱਗ ਜਾਂਦਾ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਰੈਸਟ ਕਰ ਲਿੱਤਾ ਜਾਂਦਾ। ਚਾਰਜ ਕਰਨ ਤੋਂ ਬਾਅਦ ਅਰੈਸਟ ਕਰਕੇ ਤੁਹਾਨੂੰ ਰਿਲੀਜ਼ ਕਰ ਦਿੰਦੀ ਹੈ ਪੁਲਿਸ। ਤੁਹਾਡੇ 'ਤੇ ਕਈ ਕੰਡੀਸ਼ਨਸ ਲੱਗ ਜਾਂਦੀਆਂ ਨੇ, ਜਿਵੇਂ ਕਿ ਕੰਡੀਸ਼ਨਸ ਹੋ ਸਕਦੀਆਂ ਨੇ, ਤੁਹਾਡੇ 'ਤੇ ਲੱਗ ਸਕਦਾ ਤੁਸੀਂ ਓਨਟੈਰੀਓ ਜਾਂ ਕੈਨੇਡਾ ਛੱਡ ਕੇ ਨਹੀਂ ਜਾ ਸਕਦੇ, ਤੁਸੀਂ ਆਪਣਾ ਐਡਰੈਸ ਜਾਂ ਇੰਪਲੋਇਮੈਂਟ ਜੇ ਚੇਂਜ ਕਰਨੀ ਹੈ, ਤੁਸੀਂ ਇੱਕ ਫਲਾਣੇ ਪੁਲਿਸ ਅਫਸਰ ਨੂੰ ਦੱਸਣਾ ਵਿਦਿਨ 48 ਆਵਰਸ, ਫਿਰ ਤੁਸੀਂ ਉਹਨੂੰ ਕਨਫਰਮ। ਜੇ ਨਹੀਂ ਤੁਸੀਂ ਕਰਦੇ, ਤੁਸੀਂ ਉਹ ਕੰਡੀਸ਼ਨ ਤੋੜ ਰਹੇ ਹੋ। ਤੁਸੀਂ ਜਿਹੜੇ ਬੰਦੇ ਨੇ ਕੰਪਲੇਂਟ ਕੀਤੀ ਹੈ ਤੁਹਾਡੇ ਖਿਲਾਫ, ਤੁਸੀਂ ਉਹਦੇ ਨੇੜੇ ਉਸ ਘਰ 'ਚ ਨਹੀਂ ਜਾ ਸਕਦੇ ਜਿੱਥੇ ਉਹ ਰਹਿੰਦੇ ਨੇ, ਅਤੇ ਉਹਦੀ ਵਰਕ ਪਲੇਸ 'ਤੇ ਨਹੀਂ ਜਾ ਸਕਦੇ। ਤਾਂ ਬੇਸਿਕਲੀ ਬੰਦਾ ਆਪਣੇ ਘਰ ਤੋਂ ਬਾਹਰ ਹੋ ਜਾਂਦਾ, ਕਿਉਂਕਿ ਉਹ ਤੁਹਾਡੀ ਜਿਹੜਾ ਸਪਾਊਸ ਹੈ ਜਾਂ ਕਿਸੇ ਨੇ ਜਿਹਨੇ ਖਿਲਾਫ ਕੰਪਲੇਂਟ ਕੀਤੀ ਹੈ, ਤੁਸੀਂ ਉਹਨਾਂ ਨਾਲ ਨਹੀਂ ਰਹਿਣਾ ਹੁੰਦਾ। ਫਿਰ ਤੁਸੀਂ ਆਪਣੇ ਘਰ ਤੋਂ ਵੀ ਕਿਤੇ ਹੋਰ ਜਾ ਕੇ ਰਹਿੰਦੇ ਹੋ ਕਿਰਾਇਆ ਦੇ ਕੇ, ਚਾਹੇ ਤੁਹਾਡਾ ਆਪਣਾ ਘਰ ਵੀ ਲਿਆ ਹੋਇਆ। ਉਸ ਤੋਂ ਇਲਾਵਾ ਤੁਹਾਡੀ ਮੂਵਮੈਂਟ 'ਤੇ ਰਿਸਟ੍ਰਿਕਸ਼ਨ ਲੱਗ ਜਾਂਦੀਆਂ ਨੇ ਜੀ। ਤੁਸੀਂ ਕਈ ਵਾਰ ਕੰਡੀਸ਼ਨ ਹੁੰਦੇ, ਤੁਸੀਂ ਫਾਇਰ ਆਰਮ, ਕੋਈ ਵੈਪਨ ਕੁਛ ਨਹੀਂ ਰੱਖ ਸਕਦੇ, ਹੋਰ ਕੰਡੀਸ਼ਨਸ ਵੀ ਹੁੰਦੀਆਂ ਨੇ। ਇੱਥੋਂ ਤੁਹਾਡੀ ਇੱਕ ਕੌਨਸੀਕੁਐਂਸਿਸ ਦੀ ਕੜੀ ਸ਼ੁਰੂ ਹੋ ਜਾਂਦੀ ਹੈ ਜੀ, ਵੀ ਤੁਹਾਡੀ ਲਾਈਫ 'ਚ ਜਿਹੜਾ ਇਫੈਕਟ ਪੈਂਦਾ ਇਸ ਚੀਜ਼ ਦਾ। ਫਿਰ ਤੁਸੀਂ ਕੇਸ ਲੜਦੇ ਹੋ ਜੀ। ਉਸ ਤੋਂ ਬਾਅਦ ਜਦੋਂ ਤੁਸੀਂ ਕੇਸ ਲੜਦੇ ਰਹਿੰਦੇ ਹੋ, ਅਸੌਲਟ ਦਾ ਚਾਰਜ ਇੱਕ ਹਾਈਬ੍ਰਿਡ ਓਫੈਂਸ ਹੈ, ਜਿਵੇਂ ਮੈਂ ਦੱਸਿਆ। ਅਸੌਲਟ ਨੂੰ
ਲੈਸ ਸੀਰੀਅਸ ਵੱਲ ਵੀ ਲੈ ਕੇ ਜਾ ਸਕਦਾ ਕਰਾਊਨ ਅਟਰਨੀ, ਮੋਰ ਸੀਰੀਅਸ ਵੱਲ ਵੀ ਲੈ ਕੇ ਜਾ ਸਕਦਾ। ਤਾਂ ਜੇ ਤੁਸੀਂ ਇਹਦੇ 'ਤੇ ਵੀ ਕਨਵਿਕਟ ਹੋ ਜਾਂਦੇ ਹੋ ਤਾਂ ਤੁਹਾਨੂੰ ਜੇ ਸਟੂਡੈਂਟ ਨੂੰ ਅਤੇ ਇੱਕ ਵਰਕ ਪਰਮਿਟ ਵਾਲੇ ਬੰਦੇ ਨੂੰ ਕੰਟਰੀ ਛੱਡਣਾ ਪੈ ਸਕਦਾ, ਅਦਰ ਦੈਨ ਦ ਫਾਈਨ ਜਾਂ ਜੇਲ੍ਹ ਟਰਮ ਜਾਂ ਪ੍ਰੋਬੇਸ਼ਨ, ਜਿਹੜੇ ਵੀ ਹੋਰ ਕੌਨਸੀਕੁਐਂਸਿਸ ਹੁੰਦੇ ਨੇ ਕ੍ਰਿਮੀਨਲ ਕੇਸ ਦੇ। ਇਮੀਗ੍ਰੇਸ਼ਨ ਕੌਨਸੀਕੁਐਂਸਿਸ ਵੀ ਬਹੁਤ ਸੀਰੀਅਸ ਨੇ। ਜਸਵਿੰਦਰ ਜੀ, ਆਪਾਂ ਵਰਕ ਪਰਮਿਟ ਵਾਲਿਆਂ ਦਾ ਅਤੇ ਸਟੂਡੈਂਟਸ ਦੀ ਗੱਲ ਕੀਤੀ ਹੈ, ਹੁਣ ਰਹਿ ਗਏ ਨੇ ਜਿਹੜੇ PR ਨੇ। ਹਾਂਜੀ, PR ਵਾਲਿਆਂ ਲਈ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ? PR ਨੂੰ ਵੀ ਜੀ ਮੈਂ ਤਾਂ ਵੈਸੇ ਤਾਂ ਮੈਂ ਸਭ ਨੂੰ ਇਹੀ ਰਿਕੁਐਸਟ ਕਰੂੰਗਾ ਅਤੇ ਸਲਾਹ ਦਊਂਗਾ, ਕਿਉਂਕਿ ਮੈਂ ਚੀਜ਼ਾਂ ਨੂੰ ਡੇਲੀ ਦੇਖਦਾ ਕਿ ਕਿਸੇ ਵੀ ਕਦੇ ਲਾਅ ਨਾਲ ਟਰਬਲ 'ਚ ਨਹੀਂ ਫਸਣਾ ਚਾਹੀਦਾ, ਸਪੈਸ਼ਲੀ ਜੇ ਕੋਈ ਕ੍ਰਿਮੀਨਲ ਲਾਅ ਹੈ, ਕਿਉਂਕਿ ਉਹਦੇ ਕੌਨਸੀਕੁਐਂਸਿਸ 'ਚ ਬੰਦਾ ਇੰਨਾ ਮਾਰਿਆ ਜਾਂਦਾ ਜੀ, ਫਾਈਨੈਂਸ਼ੀਅਲੀ ਵੀ ਸਟਰੈਸ ਹੋ ਜਾਂਦਾ, ਅਤੇ ਜਿਹੜੇ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਨੇ ਅੱਡ ਨੇ। ਤਾਂ ਜੇ ਇੱਕ PR ਲਈ ਵੀ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਹੁੰਦੇ ਨੇ ਆਪਣੇ ਇਮੀਗ੍ਰੇਸ਼ਨ ਲਾਅ ਦੇ ਅੰਦਰ, ਤਾਂ ਇਮੀਗ੍ਰੇਸ਼ਨ ਲਾਅ ਕੀ ਕਹਿੰਦਾ ਕਿ ਜੇ ਕੋਈ PR ਇਹੋ ਜਿਹੇ ਓਫੈਂਸ ਲਈ ਕੈਨੇਡਾ 'ਚ ਕਨਵਿਕਟ ਹੋ ਜੇ ਜਿਹਦੀ ਸਜ਼ਾ 10 ਸਾਲ ਜਾਂ 10 ਸਾਲ ਤੋਂ ਜ਼ਿਆਦਾ ਹੈ, ਤਾਂ ਉਹ ਇਨਐਡਮਿਸਿਬਲ ਹੋ ਜਾਏਗਾ ਕੈਨੇਡੀਅਨ ਲਾਅ 'ਚ, ਇਮੀਗ੍ਰੇਸ਼ਨ ਲਾਅ 'ਚ, ਤਾਂ ਉਹਨੂੰ ਕੰਟਰੀ ਛੱਡਣਾ ਪੈ ਸਕਦਾ ਜੀ। ਸੋ ਉਹਦੀ PR ਜਾ ਸਕਦੀ ਹੈ? ਉਹਦੀ PR ਜਾ ਸਕਦੀ ਹੈ, ਜਿਹਦਾ ਕਿ ਸਭ ਤੋਂ ਵੱਡਾ ਉਦਾਹਰਣ ਹੈ ਜਿਹੜੇ DUI ਜਿਹਨੂੰ ਆਪਾਂ ਕਹਿੰਦੇ ਹਾਂ, ਡਰਿੰਕਿੰਗ ਐਂਡ ਡਰਾਈਵਿੰਗ ਓਫੈਂਸਿਸ ਹੁੰਦੇ ਨੇ। ਤਾਂ ਜੇ ਆਪਾਂ ਅਕਸਰ ਆਪਣੀ ਕਮਿਊਨਿਟੀ 'ਚ ਕਾਫੀ ਜ਼ਿਆਦਾ ਪ੍ਰੈਵਲੈਂਟ ਹੈ ਜੀ ਕਿ ਇੰਪੇਅਰਡ ਡਰਾਈਵਿੰਗ ਦਾ ਚਾਰਜ ਜਿਹਨੂੰ ਆਪਾਂ ਟੈਕਨੀਕਲੀ ਕਹਿੰਦੇ ਹਾਂ, ਅਤੇ ਓਵਰ 80 ਦੇ 2 ਚਾਰਜ ਹੁੰਦੇ ਨੇ, ਜਿਹੜੇ ਇੱਕ ਵੀ ਲੱਗ ਜਾਂਦੇ ਨੇ ਅਤੇ ਦੋਨੋਂ ਵੀ ਲੱਗ ਜਾਂਦੇ ਨੇ, ਜਿਹਨੂੰ ਆਪਾਂ ਇੱਕ ਨੋਰਮਲ ਟਰਮ 'ਚ DUI ਜ਼ਿਆਦਾ ਪੋਪੂਲਰ ਟਰਮ ਹੈ, ਉਹ ਲੱਗ ਜਾਂਦਾ ਜੇ ਚਾਰਜ ਤੁਹਾਡੇ 'ਤੇ। ਤਾਂ ਪਹਿਲੀ ਗੱਲ ਤਾਂ ਜਿੱਦਣ ਤੁਹਾਡਾ ਚਾਰਜ ਲੱਗਦਾ ਤੁਹਾਡਾ ਲਾਇਸੈਂਸ 90 ਦਿਨ ਹੀ ਸਸਪੈਂਡ ਹੋ ਜਾਂਦਾ ਆਟੋਮੈਟਿਕਲੀ। ਪਹਿਲਾਂ ਤਾਂ ਤੁਹਾਡਾ ਉੱਥੇ ਬਿਲਕੁਲ ਇੱਧਰ ਉੱਧਰ ਜਾਣਾ ਬੰਦ ਹੋ ਜਾਂਦਾ। ਜਿਨ੍ਹਾਂ ਦੀ ਡਰਾਈਵਿੰਗ ਜੋਬਸ ਨੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਅਫੈਕਟ ਕਰਦੀ ਹੈ ਇਹ ਚੀਜ਼। ਉਦੋਂ ਬਾਅਦ ਤੁਹਾਡਾ ਕੇਸ ਚੱਲਦਾ ਜੀ, ਅਤੇ ਜੇ ਉਹ ਚਾਰਜਿਸ ਤੁਸੀਂ ਨਹੀਂ ਹਟਾ ਪਾਉਂਦੇ ਆਪਣੇ ਕੇਸ ਵਿੱਚੋਂ, ਜਦੋਂ ਤੁਹਾਡਾ ਕੇਸ ਖਤਮ ਹੁੰਦਾ, ਤੁਸੀਂ ਉਹ 'ਚ ਗਿਲਟੀ ਪਲੀਡ ਕਰ ਦਿੰਦੇ ਹੋ, ਤੁਸੀਂ ਕਨਵਿਕਟ ਹੋ ਜਾਂਦੇ ਹੋ, ਤੁਹਾਡੀ PR ਵੀ ਖਤਮ ਹੋ ਸਕਦੀ ਹੈ। ਅਦਰ ਦੈਨ ਦ ਥਾਊਜ਼ੈਂਡਸ ਆਫ ਡਾਲਰਸ ਫਾਈਨ ਜਿਹੜਾ ਤੁਹਾਨੂੰ ਲੱਗੇਗਾ, ਤੁਹਾਨੂੰ ਜੇਲ੍ਹ ਟਰਮ ਵੀ ਹੋ ਸਕਦੀ ਹੈ, ਤੁਹਾਨੂੰ ਕੁਝ ਕੰਡੀਸ਼ਨ 'ਚ ਰੱਖਿਆ ਜਾ ਸਕਦਾ up to 3 years, ਤੁਹਾਡਾ ਕ੍ਰਿਮੀਨਲ ਰਿਕਾਰਡ ਹੋ ਸਕਦਾ up to 5 years ਇਨ ਕੈਨੇਡਾ। ਅਤੇ ਇਹ ਸਾਰੀਆਂ ਚੀਜ਼ਾਂ ਤੋਂ ਇਲਾਵਾ ਤੁਹਾਡੀ PR ਵੀ ਖਤਮ ਹੋ ਸਕਦੀ ਹੈ। ਤਾਂ ਦੇਰ ਆਰ ਵੈਰੀ ਸੀਰੀਅਸ ਕੌਨਸੀਕੁਐਂਸਿਸ ਫॉर PRs ਆਲਸੋ। ਅਤੇ ਇੱਕ ਹੋਰ ਕੌਨਸੀਕੁਐਂਸ ਹੈ PR ਜੇ ਚਾਰਜ ਹੁੰਦਾ, ਉਹ ਇਹ ਹੈ ਕਿ PR ਜੇ ਇੱਕ ਚਾਰਜ ਹੋ ਜੇ ਤਾਂ ਤੁਸੀਂ ਸਿਟੀਜ਼ਨਸ਼ਿਪ ਨਹੀਂ ਅਪਲਾਈ ਕਰ ਸਕਦੇ, ਈਵਨ ਫॉर ਗੈਟਿੰਗ ਚਾਰਜ, ਨਾਟ ਈਵਨ ਫॉर ਗੈਟਿੰਗ ਕਨਵਿਕਟਡ। ਜੇ ਤੁਸੀਂ ਚਾਰਜ ਵੀ ਹੋ ਜਾਂਦੇ ਹੋ, ਤੁਸੀਂ ਸਿਟੀਜ਼ਨਸ਼ਿਪ ਨਹੀਂ ਅਪਲਾਈ ਕਰ ਸਕਦੇ। ਫਿਰ ਜੇ ਤੁਸੀਂ ਕਨਵਿਕਟ ਹੋ ਜਾਂਦੇ ਹੋ, ਫਿਰ ਵੀ ਤੁਹਾਨੂੰ 4 ਸਾਲ ਵੇਟ ਕਰਨਾ ਪੈਂਦਾ, ਉਦੋਂ ਬਾਅਦ ਤੁਸੀਂ ਜਾ ਕੇ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ। ਤੁਹਾਡਾ ਘੱਟੋ ਘੱਟ ਜੇ ਜ਼ਿਆਦਾ ਨਹੀਂ, ਜੇ ਤੁਸੀਂ ਡਿਪੋਰਟ ਨਹੀਂ ਹੁੰਦੇ, ਤਾਂ ਘੱਟੋ ਘੱਟ ਤੁਹਾਡੀ ਸਿਟੀਜ਼ਨਸ਼ਿਪ ਬਹੁਤ ਡਿਲੇ ਹੋ ਸਕਦੀ ਹੈ। ਹਾਂਜੀ, ਜਿਵੇਂ ਮੈਂ ਦੱਸਿਆ ਕਿ ਡਿਪੋਰਟ ਤਾਂ ਹੋਗੇ ਜੇ ਤੁਸੀਂ 10 ਸਾਲ ਜਾਂ ਉਸ ਤੋਂ ਵੱਧ ਵਾਲੀ ਸਜ਼ਾ ਦੇ ਓਫੈਂਸ 'ਚ ਦੋਸ਼ੀ ਪਾਏ ਜਾਓਗੇ। ਪਰ ਜੋ ਉਸ ਤੋਂ ਘੱਟ ਓਫੈਂਸ ਹੈ, ਜਿਵੇਂ ਮੰਨ ਲਓ ਅਸੌਲਟ ਦਾ ਚਾਰਜ ਹੈ, ਕੋਈ ਹੋਰ ਚਾਰਜ ਹੈ, ਉਹਦੇ ਵਿੱਚ ਤੁਸੀਂ ਡਿਪੋਰਟ ਚਾਹੇ ਨਹੀਂ ਹੋਣਗੇ, ਪਰ ਤੁਹਾਡੀ ਸਿਟੀਜ਼ਨਸ਼ਿਪ ਕਾਫੀ ਡਿਲੇ ਹੋ ਜਾਏਗੀ। ਅੱਛਾ, ਇਹਦੇ ਜਸਵਿੰਦਰ ਜੀ ਇੱਕ ਚੀਜ਼ ਹੈ, ਜਿਵੇਂ ਇੱਕ ਤਾਂ ਹੁੰਦਾ ਕ੍ਰਾਈਮ, ਉਹ ਇਹੋ ਜਿਹਾ ਕ੍ਰਾਈਮ ਜਿਹੜੇ ਕਰਨ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਅਸੀਂ ਕ੍ਰਾਈਮ ਕਰ ਰਹੇ ਹਾਂ। ਬੰਦਾ ਕੋਈ ਗੈਂਗ ਰਿਲੇਟਡ ਐਕਟੀਵਿਟੀ 'ਚ ਹੈ, ਬੰਦਾ ਕੋਈ ਡਰੱਗ ਸਮਗਲਿੰਗ ਕਰ ਰਿਹਾ, ਬੰਦਾ ਹੋਰ ਬਦਮਾਸ਼ੀ ਕਰ ਰਿਹਾ, ਕੋਈ ਇਸ ਕਿਸਮ ਦੇ ਜਿਹੜੇ ਲੋਕ ਨੇ। ਇੱਕ ਸਧਾਰਨ ਲੋਕ ਨੇ, ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਵੀ ਉਹ ਵੀ ਕ੍ਰਾਈਮ ਕਰਦੇ ਨੇ। ਉਹ ਹੋ ਸਕਦਾ ਵੀ ਜਿਵੇਂ ਘਰਾਂ 'ਚ ਝਗੜੇ, ਡੋਮੈਸਟਿਕ ਵਾਇਲੈਂਸ, ਜਾਂ ਜਿਹੜੇ ਟ੍ਰੈਫਿਕ ਰਿਲੇਟਡ ਤੁਸੀਂ ਦੱਸਿਆ, ਡਰਿੰਕ ਐਂਡ ਡਰਾਈਵਿੰਗ। ਬਿਲਕੁਲ ਜੀ। ਤੇ ਜ਼ਿਆਦਾਤਰ ਲੋਕ ਧੋਖਾ ਇਸ 'ਚ ਖਾਂਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਵੀ ਉਹ ਕਿਹੜੇ ਕ੍ਰਿਮੀਨਲ ਨੇ, ਤੇ ਇਹੋ ਜਿਹੇ ਕੰਮ ਕਰਦਿਆਂ ਉਹ ਸੋਚਦੇ ਨਹੀਂ ਕਦੇ ਕਿ ਇਹਦੇ ਨਤੀਜੇ ਕੀ ਹੋਣਗੇ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਇਹਦੇ ਨਾਲ ਜਿਹੜੇ ਬੰਦੇ ਜਿਹਨਾਂ ਫਸਟ ਟਾਈਮ ਓਫੈਂਡਰਸ ਹੁੰਦੇ ਨੇ, ਜਿਨ੍ਹਾਂ ਦਾ ਕਾਫੀ ਸਾਲ ਕੋਈ ਰਿਕਾਰਡ ਨਹੀਂ ਹੁੰਦਾ, ਪਰ ਸਡਨਲੀ ਕੋਈ ਗਲਤੀ ਕਰਕੇ ਜਾਂ ਕੋਈ ਗੁੱਸੇ ਜਾ ਕੇ ਲੜਾਈ ਹੋ ਗਈ, ਜਾਂ ਡਰਿੰਕ ਐਂਡ ਡਰਾਈਵ ਕਰ ਲਈ, ਕਦੇ ਗਲਤੀ ਹੋ ਗਈ, ਪਹਿਲਾਂ ਨਹੀਂ ਬੰਦਾ ਸਾਰੀ ਉਮਰ ਕਰਦਾ ਰਿਹਾ ਜਾਂ ਕਰਦਾ ਸੀ, ਉਸ ਦਿਨ ਫੜਿਆ ਗਿਆ। ਕਈ ਵਾਰ ਬੰਦੇ ਨੂੰ ਇਹ ਵੀ ਭੁਲੇਖਾ ਹੋ ਜਾਂਦਾ ਕਿ ਮੈਂ ਫੜਿਆ ਨਹੀਂ ਜਾਊਂਗਾ, ਕਿ ਮੈਂ ਤਾਂ ਕਰਦਾ ਹਾਂ, ਪਰ ਇਹ ਵੀ ਇੱਕ ਗਲਤ ਫਹਿਮੀ ਹੈ। ਤੁਸੀਂ ਕਦੇ ਨਾ ਕੋਈ ਗਲਤੀ ਜ਼ਰੂਰ ਕਰੋਗੇ ਜਿਹਨਾਂ ਤੁਸੀਂ ਫੜੇ ਜਾਓਗੇ, ਅਤੇ ਫਿਰ ਉਦੋਂ ਬਾਅਦ ਤੁਹਾਡੇ 'ਤੇ ਕੌਨਸੀਕੁਐਂਸਿਸ ਬਹੁਤ ਹਾਰਸ਼ ਹੁੰਦੇ ਨੇ। ਤੁਹਾਡੀ ਲਾਈਫ ਤੁਸੀਂ ਬਹੁਤ ਪਿੱਛੇ ਚਲੀ ਜਾਂਦੀ ਹੈ। ਮੈਂ ਕਹੂੰਗਾ 4-5 ਸਾਲ ਘੱਟੋ ਘੱਟ ਪਿੱਛੇ ਚਲੀ ਜਾਂਦੀ ਹੈ ਜੇ ਤੁਸੀਂ ਕ੍ਰਿਮੀਨਲ ਓਫੈਂਸ ਦੇ ਵਿੱਚ ਚਾਰਜ ਹੋ ਜਾਂਦੇ ਹੋ, ਕਿਉਂਕਿ ਤੁਸੀਂ ਕੀ ਕੁਝ ਸੋਚਿਆ ਹੁੰਦਾ ਕਿ ਮੇਰੀ ਹੁਣ ਆਹ ਜੋਬ ਹੈ, ਉਸ ਤੋਂ ਅੱਗੇ ਮੇਰੀ ਆਹ ਜੋਬ ਹੋਏਗੀ, ਮੇਰੀ ਇੰਨੀ ਸੇਵਿੰਗ ਪਈ ਹੈ, ਮੈਂ ਹੁਣ ਆਹ 2-3 ਚੀਜ਼ਾਂ ਬੰਦੇ ਨੇ ਪਲਾਨ ਕੀਤੀਆਂ ਹੁੰਦੀਆਂ, ਉਹ ਸਾਰਾ ਕੁਝ ਖਤਮ ਹੋ ਜਾਂਦਾ। ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਾਇਦ ਮੈਂ ਕੰਟਰੀ 'ਚ ਵੀ ਰਹੂੰਗਾ ਕਿ ਨਹੀਂ, ਕਿ ਮੈਂ ਆਪਣੇ ਆਪਦੇ ਘਰ ਵਿੱਚ ਰਹਿ ਸਕੂੰਗਾ ਕਿ ਨਹੀਂ ਅਗਲੇ ਸਾਲ ਲਈ, 1 ਸਾਲ ਲਈ, 1.5 ਸਾਲ ਲਈ, 2 ਸਾਲ ਲਈ, ਜਦ ਤੱਕ ਕੇਸ ਖਤਮ ਨਹੀਂ ਹੁੰਦਾ। ਅਤੇ ਇਸ ਕਰਕੇ ਬਿਲਕੁਲ ਸਹੀ ਗੱਲ ਹੈ ਜੀ। ਸਭ ਤੋਂ ਜ਼ਿਆਦਾ ਇਫੈਕਟ ਵੀ ਉਹਨਾਂ ਬੰਦਿਆਂ 'ਤੇ ਪੈਂਦਾ ਕਿਉਂਕਿ ਉਹ ਇਸ ਚੀਜ਼ ਲਈ ਪ੍ਰੀਪੇਅਰਡ ਵੀ ਨਹੀਂ ਹੁੰਦੇ।
ਔਰ ਇਹਦੇ 'ਚ ਕਈ ਵਾਰੀ ਇੱਦਾਂ ਦੇ ਕ੍ਰਾਈਮ ਜਿਹੜੇ ਨੇ ਉਹ ਕੋਈ ਬੰਦਾ ਸੋਚ ਕੇ ਵੀ ਨਹੀਂ ਕਰਦਾ। ਹਾਂਜੀ ਹਾਂ ਬਿਲਕੁਲ। ਜਿਵੇਂ ਗੱਲ ਤਾਂ ਕਿਸੇ ਛੋਟੀ ਜਿਹੀ ਗੱਲ ਤੇ ਲੜਾਈ ਹੋਈ, ਮੁੜ ਕੇ ਇੱਕ ਦੂਸਰੇ ਨੇ ਕੋਈ ਗੱਲ ਕਹਿ ਦਿੱਤੀ, ਤੁਹਾਨੂੰ ਗੁੱਸਾ ਆ ਗਿਆ, ਗੁੱਸੇ 'ਚ ਆ ਕੇ ਕੋਈ ਤੁਸੀਂ ਚੀਜ਼ ਮਾਰ ਦਿੱਤੀ, ਤੁਹਾਡਾ ਇਰਾਦਾ ਕੋਈ ਮਾਰਨ ਦਾ ਨਹੀਂ ਸੀ ਪਰ ਉਹ ਗਲਤ ਥਾਂ 'ਤੇ ਵੱਜ ਗਈ, ਬਿਲਕੁਲ, ਤੇ ਦੂਸਰੇ ਪਾਸੇ ਜਾਨ ਚਲੇ ਗਈ। ਬਿਲਕੁਲ। ਜਿਵੇਂ ਮੈਂ ਤੁਹਾਨੂੰ ਇਹਦਾ ਬੜਾ ਐਗਜ਼ਾਮਪਲ ਦੇਣਾ ਜੀ, ਅਕਸਰ ਜਿਹੜੇ ਅਸੌਲਟ ਦੇ ਕੇਸਿਸ ਹੁੰਦੇ ਨੇ ਜਿਹਦੇ ਵਿੱਚ ਮੰਨ ਲਓ ਹਸਬੈਂਡ ਵਾਈਫ ਦੀ ਲੜਾਈ ਹੋ ਗਈ, ਵਰਬਲ ਲੜਾਈ ਹੋ ਗਈ, ਉਹਦੇ ਵਿੱਚ ਕਿਸੇ ਨੇ ਹੱਥ ਚੱਕਦਾ ਇੱਕ ਦੂਸਰੇ 'ਤੇ, ਉਹ ਹੱਥ ਚੱਕਿਆ ਅਤੇ ਨਾਲ ਬੰਦੇ ਨੇ ਕੋਈ ਮੰਨ ਲਓ ਚੀਜ਼ ਪਈ ਸੀ ਉਹਦੇ ਕੋਲ, ਇਹਨੂੰ ਗੁੱਸਾ ਆਇਆ, ਮੰਨ ਲਓ ਕੋਈ ਫੋਨ ਹੀ ਪਿਆ ਸੀ, ਗਲਾਸ ਹੀ ਪਿਆ ਸੀ, ਕੋਈ ਪੈਨ ਹੀ ਪਿਆ ਹੋਵੇ ਚਾਹੇ, ਉਹ ਜ਼ੋਰ ਨਾਲ ਉਹਨਾਂ ਨੇ ਆਪਣੇ ਪਾਰਟਨਰ ਕਿੰਨੀ ਮਾਰ ਦੇਣੇ ਚੱਕ ਕੇ, ਉਹ ਚਾਹੇ ਉਹਨਾਂ ਲੱਗੇ ਨਾ ਲੱਗੇ, ਪਰ ਉਹ ਮਾਰਨ ਨਾਲ ਉਹਨਾਂ 'ਤੇ ਅਸੌਲਟ ਦਾ ਅਤੇ ਅਸੌਲਟ ਵਿਦ ਵੈਪਨ ਦਾ ਚਾਰਜ ਪੈ ਜਾਂਦਾ। ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੈਪਨ ਦਾ ਮਤਲਬ ਹੁੰਦਾ ਕਿ ਕੋਈ ਹਥਿਆਰ, ਕੋਈ ਪਿਸਟਲ, ਕੋਈ ਚਾਕੂ ਹੀ ਹੋਵੇ। ਵੈਪਨ ਮਤਲਬ ਹੁੰਦਾ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਐਜ਼ ਅ ਵੈਪਨ ਯੂਜ਼ ਕਰ ਰਹੇ ਹੋ ਤਾਂ ਦੂਸਰੇ ਨੂੰ ਹਾਰਮ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਹਨੂੰ ਵੈਪਨ ਮੰਨਿਆ ਜਾਂਦਾ ਆਪਣੇ ਲਾਅ 'ਚ। ਤਾਂ ਇਸ ਕਰਕੇ ਉਹ ਜਦੋਂ ਚਾਰਜ ਲੱਗਦਾ ਉਹਨਾਂ ਤੋਂ ਮੇਰੇ ਕੋਲ ਆਉਂਦੇ ਨੇ ਤਾਂ ਉਹ ਮੈਨੂੰ ਪੁੱਛਦੇ ਨੇ ਚਾਰਜ ਕੀ ਲੱਗਿਆ ਸਾਡੇ 'ਤੇ, ਕਿਉਂਕਿ ਹਰ ਬੰਦੇ ਨੂੰ ਕਲੀਅਰ ਵੀ ਨਹੀਂ ਹੁੰਦਾ ਕਿ ਮੇਰੇ 'ਤੇ ਚਾਰਜ ਕੀ ਲੱਗਿਆ। ਉਹਨਾਂ ਮੈਂ ਦੱਸਦਾ ਵੀ ਇੱਕ ਅਸੌਲਟ ਲੱਗਿਆ ਕਿਉਂਕਿ ਤੁਸੀਂ ਸਪੋਜ਼ ਕਰੋ ਥੱਪੜ ਮਾਰਿਆ ਸੀ ਤਾਂ ਤੁਹਾਡੇ 'ਤੇ ਅਸੌਲਟ ਲੱਗਿਆ, ਇੱਕ ਅਸੌਲਟ ਵਿਦ ਵੈਪਨ ਲੱਗਿਆ ਹੋਇਆ। ਉਹ ਕਹਿੰਦਾ ਜੀ ਵੈਪਨ ਤਾਂ ਸਾਡੇ ਕੋਲ ਹੈ ਹੀ ਨਹੀਂ ਸੀਗਾ, ਇਹ ਕਿਵੇਂ ਲੱਗ ਗਿਆ, ਪਰ ਉਹ ਬਹੁਤ ਸੀਰੀਅਸ ਚਾਰਜ ਹੈ ਅਸੌਲਟ ਵਿਦ ਵੈਪਨ। ਫਿਰ ਮੈਨੂੰ ਦੱਸ ਦਿੰਦੇ ਸਾਡੇ ਕੋਲ ਡਿਸਕਲੋਜ਼ਰ ਆਉਂਦਾ, ਉਹਦੇ ਵਿੱਚ ਫੈਕਟਸ ਆਉਂਦੇ ਨੇ ਸਾਰੇ ਵੀ ਤੁਸੀਂ ਜਿਹੜਾ ਉਹ ਫੋਨ ਚੱਕ ਕੇ ਮਾਰਿਆ ਸੀ, ਉਹ ਗਲਾਸ ਚੱਕ ਕੇ ਮਾਰਿਆ ਸੀ, ਉਹ ਟੇਬਲ ਚੱਕ ਕੇ ਮਾਰਿਆ ਸੀ, ਕੁਛ ਵੀ, ਉਹਨੂੰ ਵੀ ਵੈਪਨ ਕਾਊਂਟ ਕੀਤਾ ਜਾਂਦਾ। ਤਾਂ ਇਸ ਤਰੀਕੇ ਨਾਲ ਆਪਾਂ ਨੂੰ ਆਪਣੇ ਕ੍ਰਿਮੀਨਲ ਲਾਅ ਜਾਂ ਕਿਸੇ ਚੀਜ਼ ਦੀ ਨਾ ਨੌਲੇਜ ਹੋਣ ਕਰਕੇ ਵੀ ਆਪਾਂ ਥੋੜ੍ਹਾ ਜਿਹਾ ਆਪਾਂ ਨੂੰ ਪਤਾ ਨਹੀਂ ਹੁੰਦਾ, ਕੌਨਸੀਕੁਐਂਸਿਸ ਡਿਸਪ੍ਰਪੋਰਸ਼ਨੇਟਲੀ ਹਾਈ ਹੋ ਜਾਂਦੇ ਨੇ ਜੀ। ਇੱਕ ਪੁਰਾਣੀ ਕਹਾਵਤ ਹੁੰਦੀ ਸੀ, ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ। ਹਾਂਜੀ। ਤੇ ਜਿਹੜਾ ਬੰਦਾ ਮਤਲਬ ਇਸ ਮੁਲਕ 'ਚ ਰਹਿੰਦਾ, ਸਪੈਸ਼ਲੀ ਜਿਹੜਾ ਅਜੇ ਸਿਟੀਜ਼ਨ ਨਹੀਂ ਬਣਿਆ, ਉਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਲਈ ਜਿਹੜੀ ਗਲਤੀ ਆ ਕਾਫੀ ਮਹਿੰਗੀ ਸਾਬਤ ਹੋ ਸਕਦੀ ਹੈ। ਬਹੁਤ ਮਹਿੰਗੀ ਜੀ, ਕਿਉਂਕਿ ਤੁਸੀਂ ਕਿੱਥੇ ਚੱਲ ਕੇ ਆਏ ਹੋ ਅਤੇ ਤੁਸੀਂ ਕਿੰਨੀ ਹਾਰਡ ਟਾਈਮਸ ਬੰਦਾ ਹਰ ਦੇਖਦਾ ਉਰੇ ਆ ਕੇ, ਉਹ ਆਪਦੇ ਆਪ ਨੂੰ ਹੌਲੀ ਹੌਲੀ ਐਸਟੈਬਲਿਸ਼ ਕਰਦਾ, ਪਰ ਉਹ ਇੱਕ ਗਲਤੀ ਨਾਲ ਤੁਹਾਡਾ ਸਾਰਾ ਖਤਮ ਹੋ ਸਕਦਾ। ਮੇਰੇ ਕੋਲ ਕੁਛ ਕਾਮੈਂਟ ਜਾਂ ਕੁਐਸਚਨਸ ਆ ਰਿਹਾ। ਇਹ ਇੱਕ ਸਵਾਲ ਹੈਗਾ ਜੀ, ਥ੍ਰੈਟਨਿੰਗ ਯੂਰ ਲੈਂਡਲੋਰਡ ਓਵਰ ਕਾਲ, ਸਟੂਡੈਂਟ ਜਾਂ ਵਰਕ ਪਰਮਿਟ ਹੈ ਅਤੇ ਤੁਸੀਂ ਆਪਣੇ ਲੈਂਡਲੋਰਡ ਨੂੰ ਧਮਕੀਆਂ ਦਿੰਦੇ ਹੋ। ਹਾਂਜੀ। ਇਹਦੇ ਮੇਰੇ ਖਿਆਲ ਪੁੱਛਣਾ ਇਹ ਚਾਹੁੰਦੇ ਨੇ ਵੀ ਇਹਦਾ ਕੀ ਕੌਨਸੀਕੁਐਂਸਿਸ ਹੋਣਗੇ। ਹਾਂ, ਉਹ ਜੇ ਤੁਸੀਂ ਇਹ ਕਰਦੇ ਹੋ ਇੱਕ ਅਟਰਿੰਗ ਥ੍ਰੈਟਸ ਦਾ ਚਾਰਜ ਹੁੰਦਾ। ਅਟਰਿੰਗ ਥ੍ਰੈਟਸ ਦਾ ਵੀ ਅੱਗੇ ਕੈਟੇਗਰੀਜ਼ ਨੇ ਜੀ, ਅਟਰਿੰਗ ਥ੍ਰੈਟਸ ਟੂ ਕਾਜ਼ ਬੋਡਲੀ ਹਾਰਮ, ਅਟਰਿੰਗ ਥ੍ਰੈਟਸ ਟੂ ਕਾਜ਼ ਡੈਥ ਜਾਂ ਇਕੱਲਾ ਧਮਕੀ ਦੇਣਾ, ਤਾਂ ਉਹਦੇ ਡਿਫਰੈਂਟ ਕੌਨਸੀਕੁਐਂਸਿਸ ਨੇ। ਪਰ ਹਾਂਜੀ, ਇਹ ਜਿਹੜਾ ਓਫੈਂਸ ਹੈ ਜੇ ਇਹਨਾਂ 'ਤੇ ਲੱਗਿਆ ਧਮਕੀ ਦੇਣ ਦਾ, ਇੱਕ ਸੀਰੀਅਸ ਓਫੈਂਸ ਹੈ, ਕ੍ਰਿਮੀਨਲ ਓਫੈਂਸ ਹੈ, ਇਹਨਾਂ ਨੂੰ ਫੇਸ ਕਰਨਾ ਪੈਣਾ ਜੀ। ਪਰ ਡਿਪੈਂਡਿੰਗ ਔਨ ਉਹ ਕੀ ਸਟੇਟਸ ਦੱਸਿਆ ਉਹਨਾਂ ਨੇ ਜੀ, ਕੀ ਸਟੇਟਸ ਹੈ ਉਹਨਾਂ ਦਾ? ਹੋਰ ਨਹੀਂ ਕੁਛ ਦੱਸਿਆ। ਓਕੇ, ਉਹ ਡਿਪੈਂਡਿੰਗ ਔਨ ਸਟੇਟਸ ਉਹ ਦੱਸ ਰਹੇ ਨੇ ਕਿ ਸਟੂਡੈਂਟ ਜਾਂ ਵਰਕ ਅੱਛਾ ਹਾਂ, ਉਹਨਾਂ ਨੂੰ ਇਹ ਹਾਈਬ੍ਰਿਡ ਓਫੈਂਸ ਹੈ ਜੀ, ਜਿਵੇਂ ਮੈਂ ਦੱਸਿਆ ਵੀ ਦੋਨੋਂ ਪਾਸੇ ਲਿਆ ਜਾ ਸਕਦਾ। ਤਾਂ ਇਹਦੇ 'ਚ ਉਹ ਆਪਣਾ ਸਟੇਟਸ ਬਚਾ ਵੀ ਸਕਦੇ ਨੇ ਜੇ ਸਹੀ ਤਰੀਕੇ ਨਾਲ ਇਹ ਕੇਸ ਖਤਮ ਹੋ ਜੇ, ਇਸ ਸਟੇਟਸ 'ਤੇ ਰਿਸਕ ਵੀ ਪੈ ਸਕਦਾ। ਇਸੇ ਤਰ੍ਹਾਂ ਇੱਕ ਸਤਵਿੰਦਰ ਹੋਰਾਂ ਦਾ ਕੁਐਸਚਨ ਹੈ ਕਿ ਜਿਹੜੀ ਸਪੀਡਿੰਗ 10 ਕਿਲੋਮੀਟਰ ਅਬਵ ਜਿਹੜੀ ਲਿਮਿਟ ਤੋਂ, ਹਾਂਜੀ, ਜੇ ਇਹ ਮਿਲੀ ਹੋਈ ਹੈ, ਕੋਰਟ ਚੈਲੰਜ ਕੀਤੀ ਹੋਈ ਹੈ, ਅਤੇ ਇਹਦਾ ਇਫੈਕਟ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਤੇ ਪੈਂਦਾ? ਨਹੀਂ ਜੀ, ਜਿਹੜਾ ਸਿਟੀਜ਼ਨਸ਼ਿਪ ਨੂੰ ਨਾ ਸਿਟੀਜ਼ਨਸ਼ਿਪ ਐਕਟ ਗਵਰਨ ਕਰਦਾ ਜੀ, ਉਹਦੇ ਵਿੱਚ ਤੁਸੀਂ ਉਹੀ ਓਫੈਂਸਿਸ ਦਾ ਫਰਕ ਪੈਂਦਾ ਜਿਹੜੇ ਕ੍ਰਿਮੀਨਲ ਓਫੈਂਸਿਸ ਹੁੰਦੇ ਨੇ। ਜਿਵੇਂ ਮੈਂ ਦੱਸਿਆ ਵੀ ਚਾਹੇ ਤੁਸੀਂ ਚਾਰਜ ਵੀ ਹੋਏ ਹੋਵੋ ਤਾਂ ਥੋੜ੍ਹੀ ਡਿਲੇ ਹੋ ਜਾਂਦੀ ਹੈ। ਇਹ ਇੱਕ ਹਾਈਵੇ ਟ੍ਰੈਫਿਕ ਐਕਟ ਦਾ ਓਫੈਂਸ ਹੈ, ਇੱਕ ਕ੍ਰਿਮੀਨਲ ਓਫੈਂਸ ਨਹੀਂ ਹੈਗਾ, ਇਹਦਾ ਕੋਈ ਇਫੈਕਟ ਨਹੀਂ ਪੈਣਾ, ਸਿਟੀਜ਼ਨਸ਼ਿਪ ਐਪਲੀਕੇਸ਼ਨ 'ਤੇ ਨਹੀਂ ਪੈਂਦਾ। ਅਤੇ ਉਵੇਂ ਜੀ ਵੈਸੇ ਮੈਂ ਦੱਸ ਦੇਣਾ ਚਾਹੁੰਦਾ, ਕਿਉਂਕਿ ਮੈਨੂੰ ਕੁਐਸਚਨ ਵੀ ਬੜਾ ਆਉਂਦਾ ਕਿ ਜਦੋਂ ਤੁਸੀਂ ਤੁਹਾਡੇ ਕੋਲ ਟ੍ਰੈਫਿਕ ਟਿਕਟ ਵੀ ਲੱਗ ਜਾਂਦੀ ਹੈ ਨਾ ਜੀ, ਤੁਸੀਂ ਉਹਨੂੰ ਚੈਲੰਜ ਕਰਦੇ ਹੋ, 15 ਦਿਨ ਦਾ ਟਾਈਮ ਹੁੰਦਾ, ਤਾਂ ਵਿੱਚ ਤੁਸੀਂ ਨਾ ਆਪਸ਼ਨ ਟਿਕ ਕਰਕੇ ਭੇਜਣਾ ਹੁੰਦਾ ਵੀ ਤੁਸੀਂ ਇਹਨੂੰ ਗਿਲਟੀ ਪਲੀਡ ਕਰਦੇ ਹੋ ਕਿ ਤੁਸੀਂ ਇਹਨੂੰ ਚੈਲੰਜ ਕਰਦੇ ਹੋ। ਤੁਸੀਂ ਚੈਲੰਜ ਕਰਦੇ ਨਹੀਂ ਹੋ, ਜਿੰਨੀ ਦੇਰ ਤੱਕ ਉਹ ਟ੍ਰੈਫਿਕ ਟਿਕਟ ਫਾਈਨਲ ਨਹੀਂ ਹੁੰਦੀ, ਥੋੜ੍ਹੀ ਟਰਾਇਲ ਨਹੀਂ ਹੋ ਜਾਂਦੀ, ਅਤੇ ਤੁਸੀਂ ਦੋਸ਼ੀ ਨਹੀਂ ਪਾਏ ਜਾਂਦੇ, ਚਾਹੇ ਸਾਲ ਚਾਹੇ 1.5 ਸਾਲ, ਕੋਵਿਡ 'ਚ ਅੱਜ ਕੱਲ੍ਹ ਬਹੁਤ ਟਾਈਮ ਲੱਗ ਰਿਹਾ, ਉਨੀ ਦੇਰ ਉਹ ਤੁਹਾਨੂੰ ਕੋਈ ਇਫੈਕਟ ਨਹੀਂ ਕਰੇਗੀ, ਕਿਉਂਕਿ ਉਹ ਪੈਂਡਿੰਗ ਹੈ, ਤੁਸੀਂ ਉਹ 'ਚ ਦੋਸ਼ੀ ਨਹੀਂ ਪਾਏ ਗਏ ਹੋ, ਤੁਹਾਡੇ ਖਿਲਾਫ ਇੱਕ ਐਲੀਗੇਸ਼ਨ ਲੱਗਿਆ, ਤਾਂ ਉਨੀ ਦੇਰ ਜਿੰਨੀ ਦੇਰ ਉਹ ਪੈਂਡਿੰਗ ਹੈ, ਨਾ ਹੀ ਤੁਹਾਡਾ ਇੰਸ਼ੋਰੈਂਸ ਦਾ ਕੋਈ ਫਰਕ ਪੈਣਾ, ਨਾ ਹੀ ਤੁਹਾਡਾ ਹੋਰ ਕਿਸੇ ਕੋਈ ਰੈਕੋਰਡ 'ਤੇ ਚੜੂਗਾ, ਨਾ ਹੀ ਹੋਰ ਕੋਈ ਤੁਹਾਨੂੰ ਫਰਕ ਪਏਗਾ। ਅਤੇ ਹੁਣ ਅਸੀਂ ਕੁਛ ਸਵਾਲ ਲੈ ਰਹੇ ਹਾਂ ਜੀ, ਅਤੇ ਜਸਮਿੰਦਰ ਜੀ, ਜਿਹੜਾ ਇੱਕ ਸਵਾਲ ਮੇਰੇ ਕੋਲ ਇਹ ਹੈ ਕਿ ਜੇ ਵਰਕ ਪਲੇਸ 'ਤੇ ਸੈਕਸੁਅਲ ਅਸੌਲਟ ਦਾ ਚਾਰਜਸ ਲੱਗੇ ਹੋਣ ਅਤੇ ਵਰਕ ਪਰਮਿਟ ਇਹਨਾਂ ਕੋਲ, ਠੀਕ ਹੈ, ਉਹਦੇ ਫਿਰ ਕਿਸ ਤਰ੍ਹਾਂ ਦੇ ਕੌਨਸੀਕੁਐਂਸਿਸ ਹੋ ਸਕਦੇ ਨੇ?
ਇਹਦੇ ਤਾਂ ਬਹੁਤ ਜ਼ਿਆਦਾ ਸੀਰੀਅਸ ਕੌਨਸੀਕੁਐਂਸਿਸ ਨੇ ਜੀ, ਕਿਉਂਕਿ ਜਿਹੜਾ ਸੈਕਸ ਅਸੌਲਟ ਦਾ ਚਾਰਜ ਹੈ ਉਹ ਆਪਣੇ ਆਪ 'ਚ ਹੀ ਬਹੁਤ ਜ਼ਿਆਦਾ ਸੀਰੀਅਸ ਚਾਰਜ ਹੈ, ਚਾਹੇ ਉਹ ਸਿਟੀਜ਼ਨ ਹੋਵੇ, PR ਹੋਵੇ, ਕਿਸੇ 'ਤੇ ਵੀ ਲੱਗਿਆ ਹੋਵੇ। ਤਾਂ ਪਹਿਲਾਂ ਤਾਂ ਮੈਂ ਇਹਦੇ ਚਾਹੇ ਉਹ ਸਿਟੀਜ਼ਨ ਹੋਵੇ, ਕੋਈ ਵੀ ਬੰਦਾ ਹੋਵੇ, ਤੇ ਕ੍ਰਿਮੀਨਲ ਕੌਨਸੀਕੁਐਂਸਿਸ ਕੀ ਨੇ ਮੈਂ ਉਹ ਦੱਸ ਦਿੰਦਾ ਕਿ ਤੁਸੀਂ ਸੈਕਸ ਅਸੌਲਟ ਲਈ ਤੁਸੀਂ ਕਨਵਿਕਟ ਹੋ ਜਾਂਦੇ ਹੋ, ਦੋਸ਼ੀ ਪਾਏ ਜਾਂਦੇ ਹੋ, ਤਾਂ ਤੁਹਾਨੂੰ ਇੱਕ ਤਾਂ ਮੋਸਟ ਪ੍ਰੋਬਬਲੀ ਜੇਲ੍ਹ ਟਰਮ ਹੋਏਗੀ ਜੀ, ਡਿਪੈਂਡਿੰਗ ਔਨ ਐਲੀਗੇਸ਼ਨਸ ਕੀ ਨੇ। ਤਾਂ ਜੇ ਵਰਕ ਪਲੇਸ 'ਤੇ ਹੋਇਆ ਇਹ, ਤਾਂ ਵਰਕ ਪਲੇਸ 'ਤੇ ਯੂਜਲੀ ਕੀ ਹੁੰਦਾ ਕਿ ਆਪਾਂ ਜ਼ਿਆਦਾ ਕੇਸਿਸ ਆਪਾਂ ਪਰਸਨ ਇਨ ਅਥੋਰਿਟੀ ਜਿਹੜਾ ਹੁੰਦਾ ਉਹ ਆਪਣੇ ਸਬੋਰਡੀਨੇਟਸ ਨਾਲ ਇੱਕ ਕ੍ਰਾਈਮ ਕਮਿਟ ਕਰਦਾ। ਤਾਂ ਜਦੋਂ ਤੁਸੀਂ ਇੱਕ ਪੋਜੀਸ਼ਨ ਆਫ ਅਥੋਰਿਟੀ ਅਤੇ ਪੋਜੀਸ਼ਨ ਆਫ ਟਰਸਟ 'ਚ ਹੁੰਦੇ ਹੋ, ਤੁਹਾਨੂੰ ਇਹ ਤੁਹਾਡੇ ਖਿਲਾਫ ਮੰਨੀ ਜਾਂਦੀ ਹੈ ਗੱਲ, ਤੁਹਾਨੂੰ ਹੋਰ ਜ਼ਿਆਦਾ ਸਵੇਰ ਸਜ਼ਾ ਦਿੱਤੀ ਜਾਂਦੀ ਹੈ, ਜੇਲ੍ਹ ਟਰਮ ਵੱਧ ਦਿੱਤੀ ਜਾਏਗੀ, ਫਾਈਨ ਲੱਗਣਗੇ ਜੀ, ਤੁਸੀਂ ਕ੍ਰਿਮੀਨਲ ਰੈਕੋਰਡ ਬਣੇਗਾ ਤੁਹਾਡਾ ਜਿਹੜਾ ਕਿ ਤੁਸੀਂ 5 ਸਾਲ ਤੱਕ ਖ਼ਤਮ ਨਹੀਂ ਹੋਏਗਾ, ਤੁਹਾਨੂੰ ਖ਼ਤਮ ਕਰਾਉਣਾ ਪਏਗਾ। ਉਸ ਤੋਂ ਇਲਾਵਾ ਤੁਹਾਨੂੰ ਸਾਰੀ ਉਮਰ ਲਈ ਇੱਕ ਸੈਕਸ ਅਫੈਂਡਰ ਰਜਿਸਟਰੀ ਬਣੀ ਹੋਈ ਹੈ ਜੀ ਕੈਨੇਡਾ 'ਚ। ਜਿਹੜੇ ਬੰਦੇ ਸੈਕਸ਼ੂਅਲ ਅਫੈਂਡਰਸ ਹੁੰਦੇ ਨੇ ਉਹਨਾਂ ਦਾ ਨਾਮ ਉਸ ਰਜਿਸਟਰੀ 'ਤੇ ਚੜ੍ਹ ਜਾਂਦੇ ਨੇ, ਅਤੇ ਸਾਰੀ ਉਮਰ ਲਈ ਉਹ ਗੁਲਾਮ ਉੱਥੇ ਰਹਿੰਦੇ ਨੇ। ਅਤੇ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਜੋਬ ਲੈਣ 'ਚ, ਕੋਈ ਵੋਲੰਟੀਅਰ ਕਰਨ 'ਚ, ਕੁਛ ਵੀ ਪ੍ਰਮੋਸ਼ਨ ਲੈਣ 'ਚ, ਕੁਛ ਵੀ ਕਰਨ 'ਚ ਤੁਹਾਨੂੰ ਹਮੇਸ਼ਾ ਦਿੱਕਤ ਆਏਗੀ। ਇਨਫੈਕਟ ਤੁਹਾਨੂੰ ਹੋ ਸਕਦਾ ਕਦੇ ਕੋਈ ਲੋਨ ਲੈਣ 'ਚ ਵੀ ਦਿੱਕਤ ਆਵੇ, ਕੋਈ ਹੋਰ ਬੈਂਕ ਦੇ ਵਿੱਚ। ਪ੍ਰੈਕਟੀਕਲੀ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰ ਲਈ, ਸਮਝ ਲਓ। ਬਿਲਕੁਲ ਖਰਾਬ ਕਰ ਲਈ ਜੀ, ਬਹੁਤ ਜ਼ਿਆਦਾ। ਸਿਰਫ ਇੱਕ ਜਿਹੜਾ ਸੈਕਸ ਅਫੈਂਡ ਦੀ ਇੱਕ ਗਲਤੀ ਜਿਹੜੀ ਤੁਹਾਨੂੰ ਇੰਨੀ ਮਹਿੰਗੀ ਪੈ ਸਕਦੀ। ਬਿਲਕੁਲ ਬਿਲਕੁਲ। ਅਤੇ ਇਸ ਤੋਂ ਇਲਾਵਾ ਮੈਂ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਜਿਹੜੇ ਹੈਗੇ ਨੇ ਉਹਦੇ ਵਿੱਚ ਤੁਸੀਂ 100% ਜੇ ਤੁਸੀਂ ਇਹ ਕਨਵਿਕਟ ਹੋਵੋਗੇ, ਇਹ ਕੰਟਰੀ 'ਚ ਨਹੀਂ ਰਹਿ ਸਕਦੇ, ਫਿਰ ਇਹਨਾਂ ਨੂੰ ਡਿਪੋਰਟ ਹੋਣਾ ਪੈਣਾ ਜੀ। ਅਤੇ ਲੈਂਡਲੋਰਡ ਅਤੇ ਟੈਨੈਂਟ ਬੋਰਡ ਦੇ ਜਿਹੜੇ ਅਫੈਂਸ ਨੇ ਇਹਨਾਂ ਨੂੰ ਕਿੱਦਾਂ ਗਿਣੇ ਜਾਂਦੇ? ਕ੍ਰਿਮੀਨਲ ਅਫੈਂਸ? ਨਹੀਂ, ਕ੍ਰਿਮੀਨਲ ਅਫੈਂਸ ਨਹੀਂ ਹੁੰਦੇ ਜੀ। ਓਕੇ। ਅਤੇ ਅੱਗੇ ਹੈਗੇ ਨੇ ਜੀ ਅਮਨ, ਇਹ ਕਹਿੰਦੇ ਮੈਨੂੰ ਲਾਇਸੈਂਸ ਪਲੇਟ ਆਰਡਰ ਕਰਨ ਲੱਗਿਆਂ ਪਤਾ ਲੱਗਿਆ ਕਿ ਮੈਨੂੰ ਪਾਰਕਿੰਗ ਟਿਕਟ ਮਿਲੀ ਹੈ, ਬਹੁਤ ਟਾਈਮ ਹੋਇਆ ਅਤੇ ਉਹਦੀਆਂ ਐਡੀਸ਼ਨਲ ਕਾਸਟ ਵੱਧਦੀਆਂ ਗਈਆਂ, ਨਾਲ ਜੁੜਦੀਆਂ ਗਈਆਂ, ਅਤੇ ਉਹਦਾ ਕੀ ਕੁਛ ਹੋ ਸਕਦਾ? ਉਹ ਐਂ ਹੁੰਦਾ ਜੀ, ਅਕਸਰ ਇਹ ਕੁਐਸਚਨ ਆਉਂਦਾ ਕਿ ਜਦੋਂ ਕਿਸੇ ਨੂੰ ਟਿਕਟ ਮਿਲ ਜਾਂਦੀ ਹੈ, ਜਾਂ ਜਿਵੇਂ ਪਾਰਕਿੰਗ ਟਿਕਟ ਇਹਨੂੰ ਮਿਲੀ, ਜਾਂ ਫਿਰ ਕਈਆਂ ਨੂੰ ਸਪੀਡ ਕੈਮਰਾ ਦੀ ਟਿਕਟ ਰੈੱਡ ਲਾਈਟ ਕ੍ਰਾਸ ਕਰਨ ਦੀ ਟਿਕਟ ਮਿਲ ਜਾਂਦੀ ਕੈਮਰਾ ਦੇ ਥਰੂ, ਉਹ ਮੇਲ 'ਚ ਆਉਂਦੀ ਹੈ, ਤੁਹਾਨੂੰ ਪਤਾ ਨਹੀਂ ਕਈ ਵਾਰ ਲੱਗਦੀ ਹੈਗੀ, ਜਾਂ ਤੁਸੀਂ ਐਡਰੈਸ ਚੇਂਜ ਕਰ ਲਓ। ਇਹਦੇ ਵਿੱਚ ਜਿਵੇਂ ਦੱਸ ਰਹੇ ਕਿ ਪੁਰਾਣੀ ਹੋ ਗਈ ਹੈ ਅਤੇ ਉਹ ਟਾਈਮ ਵੀ ਲੰਘ ਗਿਆ ਹੋਣਾ ਉਹਨੂੰ ਫਾਈਟ ਕਰਨ ਦਾ, ਅਤੇ ਉਹ ਐਡੀਸ਼ਨਲ ਫਾਈਨਸ ਕਨੈਕਟ ਕਰ ਰਹੀ ਹੈ, ਤਾਂ ਆਈ ਵੁੱਡ ਸੁਜੈਸਟ ਕਿ ਇਹ ਜਿੰਨੀ ਛੇਤੀ ਪੇ ਆਫ ਕਰ ਸਕਦੇ ਪੇ ਆਫ ਕਰ ਦੇਣ, ਅਦਰਵਾਈਜ਼ ਇੰਟਰਸਟ ਪੈਂਦਾ ਰਹਿਣਾ। ਸਰਕਾਰ ਨੇ ਕਲੈਕਸ਼ਨ ਏਜੰਸੀ ਨੂੰ ਉਹ ਫਾਈਨਸ ਦੇ ਦੇਣਗੇ ਕਿ ਤੁਸੀਂ ਕਲੈਕਟ ਕਰੋ, ਉਹ ਫਿਰ ਇਹਨਾਂ ਦਾ ਮਗਰ ਪੈ ਜਾਣਗੇ ਕਲੈਕਟ ਕਰਨ ਲਈ, ਉਹ ਇਹਨਾਂ 'ਤੇ ਕੇਸ ਵੀ ਕਰ ਸਕਦੇ ਨੇ, ਕੱਲ੍ਹ ਨੂੰ ਉਹਨਾਂ ਨੇ ਕ੍ਰੈਡਿਟ ਰਿਪੋਰਟ 'ਤੇ ਵੀ ਚੜ੍ਹ ਸਕਦੀ ਹੈ, ਚੜ੍ਹ ਗਈ ਹੋਣੀ ਗੱਲ, ਪਰ ਇਹ ਲੰਬੇ ਟਾਈਮ ਨਹੀਂ ਰਹੇਗੀ ਫਿਰ ਗੱਲ ਇਹ। ਫਿਰ ਇਹਨਾਂ ਨੂੰ ਕਾਫੀ ਮਹਿੰਗੀ। ਹਾਂਜੀ, ਤਾਂ ਜਿੰਨੀ ਛੇਤੀ ਹੋ ਸਕਦਾ ਹੋਰ ਫਾਈਨ, ਹੋਰ ਇੰਟਰਸਟ ਨਾ ਕਲੈਕਟ ਹੋਵੇ, ਪੇ ਕਰ ਦੇਣ। ਅੱਛਾ, ਅੱਗੇ ਭੁਪਿੰਦਰ ਨੇ ਜੀ, ਅੱਗੇ ਕੈਨ ਯੂ ਪਲੀਜ਼ ਕਨਫਰਮ ਟ੍ਰੈਫਿਕ ਚੈਲੰਜ ਅਫੈਂਸ ਕੀ ਹੈ? ਹਾਊ ਲੌਂਗ ਦ ਟ੍ਰੈਫਿਕ ਚੈਲੰਜਡ offense in court will be dismissed. Ticket offense is being postponed for last 1.5 year. ਸਮਝ ਆਈ ਗੱਲ ਤੁਹਾਨੂੰ? ਮੇਰੇ ਖਿਆਲ ਉਹ ਇਹ ਪੁੱਛ ਰਹੇ ਨੇ ਵੀ ਕਿੰਨੀ ਹੋਰ ਦੇਰ ਲੱਗੇਗੀ ਖਤਮ ਹੋਣ ਨੂੰ। ਇਹ ਮੈਂ ਜਿਵੇਂ ਦੱਸਿਆ ਜੀ, ਕੋਵਿਡ 'ਚ ਕਾਫੀ ਟਾਈਮ ਵੱਧ ਗਏ ਨੇ, ਡਿਪੈਂਡਿੰਗ ਔਨ ਜੂਰਿਸਡਿਕਸ਼ਨ। ਬਰੈਂਪਟਨ ਦੇ ਟੋਰਾਂਟੋ ਸਭ ਤੋਂ ਬਿਜ਼ੀ ਹੈ, ਜ਼ਿਆਦਾ ਬਿਜ਼ੀ ਨੇ ਓਨਟਾਰੀਓ 'ਚ, ਅਤੇ ਉਹ 1.5 ਸਾਲ ਲੱਗ ਰਿਹਾ ਜੀ ਟਰਾਇਲ ਦੀ ਡੇਟ ਮਿਲਣ ਲਈ। ਉਹ ਇਹਨਾਂ ਨੂੰ ਜੇ ਟਰਾਇਲ ਦੀ ਡੇਟ ਮਿਲ ਜੇਗੀ, ਉਸ ਡੇਟ 'ਤੇ ਜਾ ਕੇ ਫਿਰ ਉਹ ਨਿਬੜ ਜਾਏਗਾ ਜੀ। ਤਾਂ ਮੇਰੇ ਖਿਆਲ ਉਹ ਖਤਮ ਹੋਣ ਵਾਲਾ ਹੋਣਾ, ਜ਼ਿਆਦਾ ਹੋਰ ਟਾਈਮ ਨਹੀਂ ਲੱਗਣਾ ਚਾਹੀਦਾ। ਅਤੇ ਅਨਮੋਲ ਹੋਰਾਂ ਦਾ ਕੁਐਸਚਨ ਹੈ ਕਿ ਜੇ ਵਿਜ਼ਟਰ ਨੂੰ ਟ੍ਰੈਫਿਕ ਟਿਕਟ ਮਿਲ ਜਾਏ, ਉਹਨਾਂ ਨੂੰ ਉਹ ਫਾਈਨ ਪੇ ਕਰ ਸਕਦੇ ਨੇ ਜੀ, ਕੋਈ ਇਮੀਗ੍ਰੇਸ਼ਨ ਵਾਈਜ਼ ਕੋਈ ਇਸ਼ੂ ਨਹੀਂ ਆਉਣਾ ਹੈਗਾ ਉਹਨਾਂ ਨੂੰ। ਅਤੇ ਜਿਹੜੇ ਸਾਡੇ ਕੋਲ ਟੈਕਸਟ ਮੈਸੇਜਸ ਨੇ ਜਸਮਿੰਦਰ ਜੀ, ਇੱਕ ਮੇਰੇ ਕੋਲ ਹੈ, ਇਹਨਾਂ ਨੇ ਆਪਣਾ ਸਟੇਟਸ ਤਾਂ ਨਹੀਂ ਦੱਸਿਆ, ਪਰ ਇਹ ਹੁਣ ਜਾਣਨਾ ਚਾਹੁੰਦੇ ਕਿ ਜੇ ਘਰ ਦੀ ਲੜਾਈ ਹੋ ਗਈ ਹੈ, ਉਹਦੇ 'ਚ ਇੱਕ ਬੰਦਾ ਦੂਸਰੇ ਨੂੰ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਮਾਰ ਲੈਣਾ, ਠੀਕ ਹੈ, ਉਹਨੂੰ ਕਿਵੇਂ ਇਹ ਕਾਨੂੰਨ ਕਿਵੇਂ ਲੈਂਦਾ ਇਹ? ਕੋਈ ਚਾਰਜ ਤੁਹਾਡੇ ਖਿਲਾਫ ਬਣਦੇ ਨੇ ਜੇ ਦੂਸਰਾ ਕਹਿ ਰਿਹਾ ਕਿ ਮੈਂ ਆਪਣੇ ਆਪ ਨੂੰ ਮਾਰ ਲੈਣਾ? ਨਹੀਂ, ਜੇ ਤਾਂ ਦੂਸਰਾ ਕਹਿ ਰਿਹਾ ਕਿ ਮੈਂ ਆਪਣੇ ਆਪ ਨੂੰ ਮਾਰ ਲੈਣਾ, ਤਾਂ ਜਿਹੜਾ ਦੂਸਰਾ ਬੰਦਾ ਖੜਾ ਉਹਦੇ ਖਿਲਾਫ ਮੋਸਟ ਪ੍ਰੋਬਬਲੀ ਚਾਰਜ ਕਿਸੇ ਸਰਕਮਸਟੈਂਸ ਨਹੀਂ ਬਣਨੇ ਚਾਹੀਦੇ, ਅਨਲੈਸ ਕਿ ਉਹ ਬੰਦਾ ਉਸ ਬੰਦੇ ਨੂੰ ਮਰਨ ਲਈ ਕੋਈ ਇੰਸਟੀਗੇਟ ਕਰ ਰਿਹਾ ਹੈ, ਉਤਸ਼ਾਹ ਦੇ ਰਿਹਾ ਹੈ, ਅਤੇ ਉਹਨਾਂ ਨੂੰ ਕੋਈ ਹੋਰ ਫੋਰਸ ਕਰ ਰਿਹਾ ਕਿਸੇ ਤਰੀਕੇ ਨਾਲ ਕਿ ਉਹਨਾਂ ਨੂੰ ਕੋਈ ਐਵੇਂ ਦਾ ਆਪਣਾ ਨੂੰ ਹਰਟ ਕਰਨ ਦਾ ਸਟੈਪ ਚੱਕਣਾ ਪੈ ਰਿਹਾ, ਪਰ ਅਦਰਵਾਈਜ਼ ਇਸ ਸਰਕਮਸਟੈਂਸ ਚਾਰਜ ਨਹੀਂ ਬਣਦੇ ਜੀ ਕੋਈ ਕ੍ਰਿਮੀਨਲ ਅਫੈਂਸ। ਅੱਗੇ ਗੌਰਵ ਦਾ ਕੁਐਸਚਨ ਹੈ ਕਿ ਜੇ ਕੋਈ PR 6 ਮਹੀਨੇ ਤੋਂ ਵੱਧ ਜੇਲ੍ਹ 'ਚ ਰਿਹਾ ਹੋਵੇ, ਹਾਂਜੀ, ਤਾਂ ਕੀ ਉਹਦੀ PR ਕੈਂਸਲ ਹੋ ਸਕਦੀ ਹੈ ਜਾਂ ਕੀ ਹੋ ਸਕਦੀ ਹੈ ਜੀ? ਹੋ ਸਕਦੀ ਹੈ ਜੇ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਏ ਨਾ ਜੀ ਤੁਹਾਨੂੰ, ਜਾਂ ਤਾਂ ਹੋਵੇ ਕਿ ਤੁਸੀਂ ਜਿਵੇਂ ਦੱਸਿਆ ਕਿ 10 ਸਾਲ ਦੇ ਕੋਈ ਅਫੈਂਸ ਦੀ ਸਜ਼ਾ ਹੈ, ਉਹਦੇ ਲਈ ਤੁਸੀਂ ਕਨਵਿਕਟ ਹੋ ਜਾਓ, ਭਾਵੇਂ ਤੁਹਾਨੂੰ ਸਜ਼ਾ ਇੱਕ ਦਿਨ ਵੀ ਨਾ ਜੇਲ੍ਹ 'ਚ ਜਾਣਾ ਪਵੇ, ਪਰ ਉਸ ਅਫੈਂਸ ਦੀ ਜਿਹੜੀ ਸਜ਼ਾ ਕਾਗਜ਼ਾਂ 'ਚ 10 ਸਾਲ ਹੋਵੇ ਮਿਨੀਮਮ, ਤਾਂ ਤੁਸੀਂ
PR ਖਤਮ ਹੋ ਜਾਂਦੀ ਹੈ, ਜਾਂ ਫਿਰ ਤੁਹਾਨੂੰ 6 ਮਹੀਨੇ ਦੀ ਸਜ਼ਾ ਹੋਈ ਹੋਵੇ ਜੇਲ੍ਹ ਟਰਮ, ਤੁਸੀਂ ਕੱਟ ਕੇ ਆਏ ਹੋਵੇ ਉਸ ਤੋਂ ਵੱਧ ਦੀ, ਫਿਰ ਵੀ ਤੁਸੀਂ PR ਤੁਹਾਡੀ ਖਤਮ ਹੋ ਜਾਂਦੀ ਹੈ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸੱਗੂ ਨੇ ਜੀ ਅੱਗੇ ਮੈਂ ਕੋਰਟ 'ਚ ਤੇ ਮੇਰੀ ਟਿਕਟ ਡਿਸਮਿਸ ਹੋ ਗਈ ਆ 2 ਸਾਲਾਂ ਬਾਅਦ, ਅਤੇ ਮੈਨੂੰ ਕੋਈ ਲੈਟਰ ਨਹੀਂ ਆਈ ਕੋਰਟ ਤੋਂ। ਇਹ ਮੇਰੇ ਸਮਝ ਨਹੀਂ ਆਇਆ ਵੀ ਕੀ ਆਪਾਂ ਤੋਂ ਜਾਣਨਾ ਚਾਹੁੰਦੇ ਇਹ। ਜੇ ਤੱਕ ਉਹ ਮੇਰੇ ਖਿਆਲ ਪੁੱਛਦੇ ਹੋਣਗੇ ਵੀ ਕਿਵੇਂ ਕਨਫਰਮੇਸ਼ਨ ਮਿਲੇਗੀ ਮੈਨੂੰ ਕਿ ਮੇਰੀ 4 ਜਾਂ ਡਿਸਮਿਸ ਹੋ ਗਈ ਹੈ ਟਿਕਟ। ਉਹ ਤਾਂ ਜੇ ਡਿਸਮਿਸ ਹੋ ਜਾਂਦੀ ਹੈ ਜੀ, ਉਹ ਤਾਂ ਕੋਰਟ ਦਾ ਆਰਡਰ ਤੁਸੀਂ ਕਢਾ ਸਕਦੇ ਹੋ ਨੇ, ਵੈਸੇ ਤਾਂ ਤੁਹਾਨੂੰ ਕਿਸੇ ਕਨਫਰਮੇਸ਼ਨ ਦੀ ਲੋੜ ਨਹੀਂ ਹੈਗੀ। ਜੇ ਉੱਥੇ ਡਿਸਮਿਸ ਹੋ ਗਈ ਤਾਂ ਡਿਸਮਿਸ ਹੋ ਗਈ ਹੈ, ਇਹਦਾ ਮਤਲਬ ਖਤਮ ਹੋ ਗਈ ਹੈ। ਜਾਂ ਕੋਰਟ ਤੋਂ ਟ੍ਰਾਂਸਕ੍ਰਿਪਟ ਹੁੰਦੀ ਹੈ, ਉਹ ਕਢਵਾ ਲਓ ਤਾਂ ਉਹ ਮਿਲ ਜਾਏਗਾ। ਖੈਰ ਆਪਣੇ ਅੱਜ ਦੇ ਟੌਪਿਕ ਨਾਲ ਇਹਦਾ ਫਿਰ ਕਨੈਕਸ਼ਨ ਨਹੀਂ ਕੋਈ ਬਣਦਾ। ਅਤੇ ਇਸੇ ਤਰ੍ਹਾਂ ਪੁੱਛ ਰਹੇ ਨੇ ਕਿ ਆਪਾਂ ਨੂੰ ਰੈੱਡ ਲਾਈਟ 'ਤੇ ਯੂ ਟਰਨ ਲੈਣ ਲਈ ਟਿਕਟ ਮਿਲੀ ਅਤੇ 2 ਪੁਆਇੰਟ ਕੱਟ ਹੋ ਗਏ ਨੇ, ਕਿ ਕੀ ਆਪਾਂ ਚੈਲੰਜ ਕਰਕੇ ਪੁਆਇੰਟ ਵਾਪਸ ਕਰ ਸਕਦੇ ਹਾਂ? ਇਹ ਤਾਂ ਕਿਸੇ ਵੇ ਤੁਸੀਂ ਗੱਲਾਂ ਕਰ ਲਈਆਂ ਵੀ ਟ੍ਰੈਫਿਕ ਵਾਲਿਆਂ ਦਾ ਕੋਈ ਹਾਂਜੀ ਇਮੀਗ੍ਰੇਸ਼ਨ 'ਤੇ ਤਾਂ ਕੋਈ ਫਰਕ ਨਹੀਂ ਪੈਂਦਾ, ਫਰਕ ਨਹੀਂ ਪੈਂਦਾ, ਪਰ ਹਾਂਜੀ ਚੈਲੰਜ ਕਰ ਸਕਦੇ ਹੋ, ਹਰ ਟਿਕਟ ਨੂੰ ਚੈਲੰਜ ਕੀਤਾ ਜਾ ਸਕਦਾ ਜੀ। ਫੋਨ 'ਤੇ ਅੱਗੇ ਮਨਪ੍ਰੀਤ ਨੇ, ਇਹਨਾਂ ਨੂੰ ਵੀ ਲੈ ਲਈ, ਕਾਫੀ ਦੇਰ ਤੋਂ ਵੇਟ ਕਰ ਰਹੇ ਨੇ। ਹਾਂਜੀ ਮਨਪ੍ਰੀਤ ਜੀ। ਹੈਲੋ। ਹਾਂਜੀ ਵੀਰ ਜੀ। ਉਹ ਸਰ ਜੀ ਗੱਲ ਪੁੱਛਣੀ ਸੀ ਇਹਨਾਂ ਵਿੱਚ। ਮੇਰੀ ਨਾ ਇੱਦਾਂ ਕੋਈ ਦੋਸਤ ਮੇਰੀ ਗੱਡੀ ਮੰਗ ਕੇ ਲੈ ਗਿਆ ਸੀ ਅਤੇ ਉਹਨੂੰ ਟਿਕਟ ਮਿਲ ਗਈ ਸੀ। ਮੈਂ ਟਰਾਈ ਕੀਤੀ 2-3 ਵਾਰੀ ਭਰਨ ਦੀ, ਔਨਲਾਈਨ ਤਾਂ ਭਰੀ ਨਹੀਂ ਜਾਂਦੀ ਸੀ, ਅਤੇ ਮੈਂ ਸਰਵਿਸ ਸੈਂਟਰ ਗਿਆ ਅਤੇ ਉਹ ਕਹਿੰਦੇ ਕੋਰਟ 'ਚ ਆ, ਅਤੇ ਮੈਂ ਫਿਰ ਵੇਟ ਕੀਤੀ ਮਹੀਨਾ ਕੁ, ਫਿਰ ਮੈਂ ਟਰਾਈ ਕੀਤੀ, ਨਹੀਂ ਪਈ ਹੋਈ, ਫਿਰ ਮੈਂ ਨੋਵਾ ਸਕੋਸ਼ੀਆ ਮੂਵ ਹੋ ਗਿਆ। ਹੁਣ ਉਹਦਾ ਕੀ ਬਣੂਗਾ ਜੀ? ਟ੍ਰੈਫਿਕ ਟਿਕਟ ਦਾ ਤਾਂ ਵੈਸੇ ਮੈਂ ਤੁਹਾਨੂੰ ਸਲਾਹ ਇਹ ਦਊਂਗਾ ਕਿ ਤੁਸੀਂ ਜਿਹੜੇ ਇਹ ਪੈਰਾਲੀਗਲ ਵਗੈਰਾ ਕਰਦੇ ਨੇ ਉਹਨਾਂ ਨਾਲ ਸਲਾਹ ਲੈ ਲਓ, ਕਿਉਂਕਿ ਇਹਨਾਂ ਦਾ ਇਹ ਏਰੀਆ ਨਹੀਂ ਹੈ, ਇਹ ਤਾਂ ਕ੍ਰਿਮੀਨਲ ਲਾਇਰ ਨੇ, ਇਹਨਾਂ ਦੇ ਹੋਰ ਖੇਤਰਾਂ 'ਚ ਕੰਮ ਕਰਦੇ ਆ। ਪਰ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਕਾਲ ਕੀਤੀ ਹੈ। ਅਤੇ ਅੱਗੇ ਜੀ ਸਾਡੇ ਨਾਲ ਇਹ ਕਹਿੰਦੇ ਨੇ ਜੇ ਫੋਨ ਬਿੱਲ ਪੇ ਨਹੀਂ ਕੀਤਾ ਅਤੇ ਕਲੈਕਸ਼ਨ ਲੈਟਰ ਹੀ ਆ ਗਿਆ ਸਿੱਧਾ, ਕੋਈ ਬਿੱਲ ਆਇਆ ਨਹੀਂ ਮੈਨੂੰ। ਹਾਂਜੀ ਇਹਦੇ ਬਾਰੇ ਨਹੀਂ ਪਤਾ, ਇਹਨਾਂ ਨੇ ਵੀ ਆਪਣਾ ਸਟੇਟਸ ਨਹੀਂ ਦੱਸਿਆ ਕਿ ਇਹਨਾਂ ਦਾ ਕੀ ਹੈ। ਅੱਛਾ ਜੀ। ਵੈਸੇ ਤਾਂ ਜੀ ਮੈਂ ਇਸ ਏਰੀਏ ਦਾ ਐਕਸਪਰਟ ਨਹੀਂ ਹੈਗਾ ਕਿ ਫੋਨ ਬਿੱਲ ਜੇ ਨਾ ਪੇ ਕਰੋ, ਪਰ ਬੇਸਿਕਲੀ ਇਹ ਸਿਵਲ ਅਫੈਂਸ ਹੈ। ਇਮੀਗ੍ਰੇਸ਼ਨ 'ਚ ਤਾਂ ਕੋਈ ਕੌਨਸੀਕੁਐਂਸ ਨਹੀਂ ਹੈਗਾ ਜੀ ਇਹਦਾ। ਇਹ ਹੈ ਕਿ ਤੁਸੀਂ ਉਹਨੂੰ ਕੋਰਟ ਚੈਲੰਜ ਕਰ ਸਕਦੇ ਹੋ, ਕਲੈਕਸ਼ਨ ਏਜੰਸੀ ਨਾਲ ਤੁਸੀਂ ਡੀਲ ਕਰ ਸਕਦੇ ਹੋ, ਉਹ ਤੁਹਾਨੂੰ ਨੈਗੋਸ਼ੀਏਟ ਕਰਕੇ ਜਾਂ ਤਾਂ ਤੁਸੀਂ ਅਮਾਊਂਟ ਰੀਚ ਕਰ ਸਕਦੇ ਹੋ, ਜਾਂ ਜੇ ਤੁਸੀਂ ਡਿਸਪਿਊਟ ਕਰਨਾ ਇਹਦੇ ਲਈ ਟ੍ਰਿਬਿਊਨਲਸ ਬਣੇ ਹੋਏ ਨੇ, ਤੁਸੀਂ ਉੱਥੇ ਡਿਸਪਿਊਟ ਕਰ ਸਕਦੇ ਹੋ। ਜ਼ਿਆਦਾਤਰ ਕੁਐਸਚਨ ਮੈਂ ਦੇਖਿਆ, ਬਹੁਤ ਕੁਐਸਚਨ ਇਹ ਟ੍ਰੈਫਿਕ ਟਿਕਟਾਂ ਦੇ ਆਉਣ ਲੱਗੇ, ਥੋੜ੍ਹਾ ਜਿਹਾ ਸਾਡੇ ਫਿਰ ਟੌਪਿਕ ਤੋਂ ਬਾਹਰ ਚਲੇ ਜਾਏਗੀ ਗੱਲ, ਅੱਜ ਮੈਂ ਫਿਰ ਇਸ ਕਰਕੇ ਮੈਂ ਸਕਿਪ ਕਰੂੰਗਾ। ਅਤੇ ਇਹ ਵੀ ਖੈਰ ਪਹਿਲਾਂ ਤੁਸੀਂ ਐਡਰੈਸ ਕਰ ਚੁੱਕੇ ਹੋ ਕਿ ਜੇ ਵਿਜ਼ਟਰ ਨੂੰ ਟਿਕਟ ਮਿਲ ਜਾਂਦੀ ਹੈ ਟਰੱਕ 'ਤੇ, ਹਾਂਜੀ, ਅਤੇ ਸਿਰਫ ਫੀਸ ਹੀ ਪੇ ਕਰਨੀ ਪਏਗੀ, ਫਾਈਨ ਜੋ ਹੈ ਫਾਈਨ ਪੇ ਕਰਨਾ ਪੈਣਾ। ਅੱਛਾ, ਕਿ ਇਹ ਇੰਪੋਰਟੈਂਟ ਸਵਾਲ ਹੈ, ਇਹ ਜਾਣਨਾ ਚਾਹੁੰਦੇ ਨੇ, ਸ਼ਾਇਦ ਇਹਨਾਂ ਦਾ ਨਾਮ ਅਬਦੁਲ ਹੈ। ਇਹ ਕਹਿ ਰਹੇ ਨੇ ਕਿ ਜੇ ਇਹ ਜਿਹੜੀਆਂ ਕੌਨਸੀਕੁਐਂਸਿਸ ਕ੍ਰਾਈਮ ਦੇ ਤੁਸੀਂ ਦੱਸ ਰਹੇ ਹੋ, ਇਹਨਾਂ ਤੋਂ ਬਿਨਾਂ ਜਦੋਂ ਇਹਨਾਂ ਨੂੰ ਸਾਰੇ ਸਿਚੁਏਸ਼ਨ ਨਾਲ ਡੀਲ ਕਰਨ ਲਈ ਲਾਇਰ ਹਾਇਰ ਕਰਨੇ ਪੈਂਦੇ ਨੇ, ਉਹਨਾਂ ਦਾ ਖਰਚਾ ਕਿੰਨਾ ਹੁੰਦਾ, ਥੋੜ੍ਹਾ ਜਿਹਾ ਇਹ ਵੀ ਦੱਸ ਦਿਓ। ਲਾਇਰ ਦਾ ਜੀ ਐਵੇਂ ਹੈ ਕਿ ਜੇ ਤੁਸੀਂ ਤੁਹਾਡੀ ਇਨਕਮ ਇੱਕ ਸਾਲ ਦੀ ਇੱਕ ਥ੍ਰੈਸ਼ਹੋਲਡ ਉਹ ਘੱਟ ਹੈ, ਜਿਵੇਂ ਮੇਰੇ ਖਿਆਲ $19,000 ਹੈ ਇਸ ਟਾਈਮ ਸਾਲ ਦੀ ਇਨਕਮ, ਤਾਂ ਤੁਹਾਨੂੰ ਸਰਕਾਰ ਲਾਇਰ ਦਿੰਦੀ ਹੈ। ਤੁਸੀਂ ਸਰਕਾਰ ਕੋਲ ਜਾਓ, ਲੀਗਲ ਏਡ ਜਿਹਨੂੰ ਕਹਿੰਦੇ ਆ ਉਹ ਦਿੰਦੇ ਨੇ। ਉਸ ਤੋਂ ਇਲਾਵਾ ਜ਼ਿਆਦਾਤਰ ਬੰਦੇ ਇਸ ਕੈਟੇਗਰੀ 'ਚ ਨਹੀਂ ਫੋਲ ਕਰਦੇ ਜੀ, ਕਿਉਂਕਿ ਇਨਕਮ ਦੀ ਘੱਟ ਰੱਖੀ ਹੋਈ ਹੈ ਉਹਨਾਂ ਨੇ। ਅਤੇ ਅਦਰਵਾਈਜ਼ ਡਿਪੈਂਡ ਕਰਦਾ ਜੀ ਕੇਸ, ਐਨੀਵੇਅਰ ਬਿਟਵੀਨ 3-4 ਹਜ਼ਾਰ ਤੋਂ ਲੈ ਕੇ ਮੈਂ ਆਪਣੀ ਗੱਲ ਨਹੀਂ ਕਰਦਾ, ਮੈਂ ਇੱਕ ਜਨਰਲ ਕਰਦਾ। ਆਈ ਹੈਵ ਸੀਨ ਲਾਇਰਸ ਟੇਕਿੰਗ $100,000 $150,000 ਤੋਂ ਲੈ ਕੇ, ਡਿਪੈਂਡਿੰਗ ਔਨ, ਜਿਵੇਂ ਮੰਨ ਲਓ ਵੀ ਤੁਹਾਡੇ 'ਤੇ ਇੱਕ ਤੁਸੀਂ ਕਹਿ ਲਓ ਇੱਕ ਥੈਫਟ ਦਾ ਚਾਰਜ ਜਾਂ ਮਿਸਚਿਫ ਦਾ ਚਾਰਜ ਪਿਆ ਹੋਵੇ, ਜਿਹੜਾ ਥੋੜ੍ਹਾ ਲੋਅਰ ਐਂਡ 'ਤੇ ਆ ਜਾਂਦਾ, ਤੋਂ ਲੈ ਕੇ ਤੁਸੀਂ ਕਹਿ ਲਓ ਸੈਕਸ ਅਸੌਲਟ ਤੋਂ ਮੈਨਸਲੌਟਰ, ਮਰਡਰ, ਉਹ ਹਾਇਰ ਥ੍ਰੈਸ਼ਹੋਲਡ, ਹਾਇਰ ਸਾਈਡ 'ਤੇ ਆ ਜਾਂਦੇ ਨੇ ਜੀ। 3-4 ਹਜ਼ਾਰ ਤੋਂ ਸ਼ੁਰੂ ਹੋ ਕੇ 100,000 ਕੋਈ ਲਿਮਿਟ, ਕਿਉਂਕਿ ਫਿਰ ਕੀ ਹੁੰਦਾ ਜੀ, ਕੇਸ ਕਿੰਨਾ ਲੰਬਾ ਚੱਲਦਾ, ਤੁਹਾਡੇ ਕੀ ਚਾਰਜਿਸ ਨੇ, ਕੇਸ ਕਿੰਨਾ ਕੰਪਲੀਕੇਟਡ ਹੈ, ਕੇਸ 'ਚ ਲਾਇਰ ਨੂੰ ਕੀ ਕੰਮ ਕਰਨਾ ਪੈਂਦਾ, ਤਾਂ ਉਹਦੀ ਕੋਈ ਲਿਮਿਟ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਵੀ ਕਿੰਨੀ ਲਿਮਿਟ ਹੋਏਗੀ। ਅੱਛਾ, ਇੱਕ ਕੁਐਸਚਨ ਹੋਰ ਇਹਦੇ ਨਾਲ ਹੀ ਰਿਲੇਟਡ, ਜਿਹੜੀ ਇਹ ਲੀਗਲ ਏਡ ਹੈ, ਹਾਂਜੀ, ਇਹ ਸਾਰਿਆਂ ਨੂੰ ਮਿਲਦੀ ਹੈ, ਭਾਵੇਂ ਮਤਲਬ ਤੁਹਾਡਾ ਸਟੇਟਸ ਕੋਈ ਵੀ ਹੈ ਕਿ ਜਾਂ ਸਿਰਫ ਸਿਟੀਜ਼ਨ ਵਾਸਤੇ? ਹਾਂਜੀ, ਨਹੀਂ, ਤੁਹਾਨੂੰ ਸਭ ਨੂੰ ਮਿਲਦੀ ਹੈ ਜੀ ਲੀਗਲ ਏਡ, ਪਰ ਇਹ ਹੈ ਕਿ ਲੀਗਲ ਏਡ ਲਈ ਤੁਹਾਡਾ ਇਨਕਮ ਮੇਨ ਹੁੰਦਾ, ਉਹ ਤੁਹਾਨੂੰ ਪੂਰਾ ਕਰਨਾ ਪੈਂਦਾ ਰਿਕੁਆਇਰਮੈਂਟ। ਸਟੇਟਸ ਨਹੀਂ ਕੰਸੀਡਰ ਕੀਤਾ ਜਾਂਦਾ? ਇਮੀਗ੍ਰੇਸ਼ਨ ਸਟੇਟਸ ਹੈ, ਵਿਜ਼ਿਟਰਸ ਨੂੰ ਨਹੀਂ ਮਿਲਦੀ ਜੀ ਉਹ। ਪਰ ਜੇ ਤੁਹਾਡਾ ਸਟੂਡੈਂਟ ਪਰਮਿਟ ਹੈ ਜਾਂ ਵਰਕ ਪਰਮਿਟ ਹੈ, ਹਾਂਜੀ, ਟੈਂਪਰੇਰੀ ਰੈਜ਼ੀਡੈਂਟ ਨੂੰ ਵੀ ਕਈ ਸਰਕਮਸਟੈਂਸਿਸ ਮਿਲਦੀ ਹੈ ਜੀ, ਪਰ PR ਤੇ ਸਿਟੀਜ਼ਨ ਤਾਂ ਮਿਲਦੀ ਹੈ ਜੀ।
ਤੇ ਅੱਗੇ ਜੀ ਅੱਛਾ, ਇਹ ਕਹਿੰਦੇ ਨੇ ਕਿ ਜੇ ਸਟੂਡੈਂਟਸ ਸਟੇਟਸ ਹੈ ਅਤੇ ਕੋਈ ਬਿੱਲ ਕ੍ਰੈਡਿਟ ਕਾਰਡ ਨਹੀਂ ਪੇ ਕਰ ਸਕਿਆ, ਕਲੈਕਸ਼ਨ ਏਜੰਸੀ ਕੋਲ ਚਲੇ ਗਿਆ, ਉਹ ਕਾਲਾਂ ਕਰੀ ਜਾ ਰਹੇ ਹੈ, ਤੁਹਾਨੂੰ ਲੈਟਰਸ ਭੇਜ ਰਹੇ ਨੇ ਕਿ ਤੁਹਾਡੇ ਦੇ ਖਿਲਾਫ ਅਸੀਂ ਕੇਸ ਫਾਈਲ ਕਰ ਦੇਣਾ ਜੇ ਤੁਸੀਂ ਨਾ ਪੇ ਕੀਤਾ ਅਤੇ ਮਾਮਲਾ ਕੋਰਟ 'ਚ ਚਲੇ ਗਿਆ, ਕੀ ਫਿਰ ਇਹ ਕ੍ਰਿਮੀਨਲ ਅਫੈਂਸ ਬਣ ਜਾਊਗਾ ਜਾਂ ਕ੍ਰਿਮੀਨਲ ਅਫੈਂਸ ਨਹੀਂ ਹੋਊਗਾ ਜੀ, ਇਹ ਸਿਵਲ ਅਫੈਂਸ ਹੈ। ਜਿਵੇਂ ਇੱਕ ਆਪਾਂ ਕਿਸੇ ਤੋਂ ਪੈਸੇ ਵਾਪਸ ਲੈਣੇ ਹੋਣ, ਆਪਾਂ ਇੱਕ ਉਹ ਸੂਟ ਫਾਈਲ ਕਰਦੇ ਹਾਂ ਜੀ, ਸਿਵਲ ਸੂਟ ਫਾਈਲ ਕਰਦੇ ਹਾਂ ਇਹ ਕੇਸ। ਸਟੂਡੈਂਟ ਨੇ ਇਹਨਾਂ ਨੂੰ ਕੀ ਹਾਂਜੀ, ਨਹੀਂ ਕ੍ਰਿਮੀਨਲ ਕੇਸ ਨਹੀਂ ਬਣਨਾ ਇਹਦਾ। ਪਹਿਲੀ ਗੱਲ ਤਾਂ ਇਹ ਚੈੱਕ ਕਰ ਲੈਣ ਕਿ ਉਹ ਫੇਕ ਕਾਲਸ ਨਾ ਹੋਣ। ਜੇ ਆਥੈਂਟਿਕ ਕਾਲਸ ਨੇ ਫਿਰ ਮੈਂ ਕਹੂੰਗਾ ਕਿ ਉਹਨਾਂ ਨੂੰ ਇਗਨੋਰ ਨਾ ਕਰਨ, ਕਿਉਂਕਿ ਕਲੈਕਸ਼ਨ ਏਜੰਸੀ ਕੋਲ ਜਦੋਂ ਚਲਾ ਜਾਂਦਾ ਹੈ ਉਹ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀ ਜਿਹੜਾ ਵੀ ਡਿਕਲੇਅਰ ਕਰ ਦਿੰਦੇ ਵੀ ਸਾਡੋਂ ਕਲੈਕਟ ਨਹੀਂ ਹੋ ਰਿਹਾ, ਤੁਸੀਂ ਕਰੋ। ਫਿਰ ਕਲੈਕਸ਼ਨ ਏਜੰਸੀ ਨੇ ਕੁਝ ਹੱਦ ਤੱਕ ਹੀ ਵੇਟ ਕਰਨੀ ਹੈ। ਕਲੈਕਸ਼ਨ ਏਜੰਸੀ ਨਾਲ ਇਹ ਗੱਲ ਕਰਨ, ਕਲੈਕਸ਼ਨ ਏਜੰਸੀ ਡੀਲ ਦੇ ਦਿੰਦੀ ਹੁੰਦੀ ਹੈ ਤੁਹਾਨੂੰ, ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ, ਚਾਹੇ ਆਪ ਚਾਹੇ ਥਰੂ ਅ ਲਾਇਰ, ਕਿ ਮੈਨੂੰ ਆ ਮੇਰੀ ਪੈਸੇ ਇੰਨੇ ਮੈਂ ਦੇ ਸਕਦਾ ਥੋੜ੍ਹੇ ਸਰਕਮਸਟੈਂਸ ਦੇ ਹਿਸਾਬ ਨਾਲ। ਸਪੋਜ਼ ਕਰੋ ਜੇ 10,000 ਬਕਾਇਆ ਤਾਂ ਤੁਸੀਂ 3-4,000 ਤਾਂ ਆਪਣੀ ਗੱਲ ਨਿਬੇੜ ਸਕਦੇ ਹੋ, ਡਿਪੈਂਡਿੰਗ ਜਨਰਲ ਦੀ ਗੱਲ ਮੈਂ ਦੱਸ ਰਿਹਾ। ਅਦਰਵਾਈਜ਼ ਜੋ ਤੁਹਾਡਾ ਅਮਾਊਂਟ ਬਣਦਾ, ਅਦਰਵਾਈਜ਼ ਉਹਨਾਂ ਨੇ ਕੋਰਟ 'ਚ ਚਲੇ ਜਾਣਾ, ਤੁਹਾਡੇ ਖਿਲਾਫ ਸਿਵਲ ਸੂਟ ਸ਼ੁਰੂ ਹੋ ਜਾਏਗਾ। ਇੱਕ ਦੋ ਹੁਣ ਅਸੀਂ ਕਾਲਸ ਲੈ ਲਈਏ, ਅਤੇ ਕਾਲਸ ਲੈਣ ਤੋਂ ਪਹਿਲਾਂ ਮੈਂ ਦੋਸਤਾਂ ਨੂੰ ਬੇਨਤੀ ਕਰੂੰਗਾ ਵੀ ਟਾਈਮ ਹੁਣ ਸਾਡੇ ਕੋਲ ਬਹੁਤ ਥੋੜ੍ਹਾ, ਅਤੇ ਛੋਟੀ ਛੋਟੀ ਗੱਲ 'ਚ ਇਹ ਗੱਲ ਉਹੀ ਕਰੋ ਜਿਹੜੀ ਸਾਡੀ ਅੱਜ ਦੀ ਗੱਲਬਾਤ ਨਾਲ ਰੈਲੇਵੈਂਟ ਹੋਏ, ਕਿ ਮੇਨਲੀ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਤੁਹਾਡੇ ਸਟੇਟਸ 'ਤੇ ਕੀ ਅਸਰ ਪੈ ਸਕਦਾ ਜੇ ਕਿਸੇ ਤਰ੍ਹਾਂ ਦਾ ਵੀ ਕ੍ਰਿਮੀਨਲ ਐਕਟੀਵਿਟੀ 'ਚ ਤੁਹਾਡਾ ਨਾਮ ਆ ਜਾਂਦਾ। ਪਲਵਿੰਦਰ ਸਿੰਘ ਨੇ ਜੀ ਸਭ ਤੋਂ ਪਹਿਲਾਂ। ਜੀ ਪਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇੱਦਾਂ ਪੁੱਛਣਾ ਚਾਹੁੰਦਾ, ਜਿੱਦਾਂ ਮੈਂ ਟਰੱਕ ਚਲਾਉਂਦਾ ਵਾ ਤੇ ਮੈਂ ਤਾਂ ਵਰਕ ਪਲੇਸ 'ਤੇ ਜਦੋਂ ਕੰਮ ਕਰਦਾ ਹੈਗਾ, ਜਿੱਦਾਂ ਓਨਰ ਆਪਰੇਟਰ ਦਾ ਮੈਂ ਟਰੱਕ ਚਲਾਉਂਦਾ ਹੈਗਾ, ਉੱਥੇ ਜਿੱਦਾਂ ਜਿਹੜਾ ਕੰਪਨੀ ਦਾ ਮਾਲਕ ਹੈਗਾ ਉਹਨਾਂ ਮੈਂ ਜਿੱਦਾਂ ਲੜਾਈ ਹੋ ਗਈ ਮੇਰੀ, ਜਿੱਦਾਂ ਉਹਨੇ ਮੈਨੂੰ ਗਾਲਾਂ ਕੱਢਦੀਆਂ ਅਤੇ ਮੈਂ ਉਹਨੂੰ ਕੁਛ ਨਹੀਂ ਕਿਹਾ, ਅਤੇ ਉਹਨੇ ਪਰ ਮੇਰੇ ਥੱਪੜ ਮਾਰਦਾ ਪਹਿਲੋਂ, ਅਤੇ ਦੈਟਸ ਇਟ। ਮੈਂ ਵੀ ਥੱਲੇ ਆਣ ਕੇ ਫਿਰ ਵਾਹਵਾ ਹੱਥੋਂ ਪਾਈ ਹੋ ਗਿਆ, ਕੁੱਟ ਦਿੱਤਾ, ਅਤੇ ਮੈਂ ਟਰੱਕ ਉਹ ਕਹਿੰਦਾ ਤੈਨੂੰ ਮੈਂ ਲੋਡ ਨਹੀਂ ਦੇਣਾ ਹੈਗਾ ਚੱਕਣ ਇੱਥੋਂ, ਅਤੇ ਮੈਂ ਕਿਹਾ ਠੀਕ ਆ ਓਕੇ, ਅਤੇ ਮੈਂ ਆਪਦਾ ਬਾਸ ਚਲ ਗਿਆ। ਪਰ ਉਹਨੇ ਫਿਰ ਜਿੱਦਾਂ ਉਹਨੂੰ ਜ਼ਿਆਦਾ ਲੱਗਾ, ਉਹਦੇ ਜਲੀਆਂ ਚਪੜਾਂ ਪੈ ਗਈਆਂ, ਅਤੇ ਉਹਨੇ ਪੁਲਿਸ ਕੋਲ ਕਰਤੀ ਜਿੱਦਾਂ ਫਿਰ ਤਾਂ ਕਿ ਪੁਲਿਸ ਵਾਲੇ ਜਿੱਦਾਂ ਆ ਗਏ। ਫਿਰ ਪੁਲਿਸ ਵਾਲੇ ਨੇ ਮੈਨੂੰ ਵੀ ਪੁੱਛਿਆ, ਮੈਂ ਕਿਹਾ ਇੱਦਾਂ ਦਾ ਗੱਲ ਹੋਈ ਆ, ਇਹਨੇ ਮੇਰੇ 'ਤੇ ਪਹਿਲੋਂ ਕੁੱਟਿਆ, ਮੇਰੇ ਚਪੇੜ ਮਾਰਤੀ ਸੀਗੀ, ਅਤੇ ਦੈਨ ਮੈਂ ਆਪਣੀ ਡਿਫੈਂਸ ਲਈ ਜਿੱਦਾਂ ਦੋਵੇਂ ਜਿੱਦਾਂ ਆ ਗਏ ਹੱਥੋਂ ਪਾਈ ਹੋ ਗਿਆ। ਉਹ ਤਾਂ ਗੱਲ ਆ ਗਈ। ਤੁਹਾਡਾ ਸਟੇਟਸ ਕੀ ਹੈ? ਤੁਸੀਂ PR ਹੋ, ਵਰਕ ਪਰਮਿਟ 'ਤੇ ਕੀ ਹੈ? ਮੈਂ PR ਸੀਗਾ। PR ਨੇ। ਬਟ ਫਿਰ ਬਾਅਦ ਹਾਂਜੀ ਬਾਅਦ ਜਿੱਦਾਂ ਪੁਲਿਸ ਵਾਲਿਆਂ ਨੇ ਤਾਂ ਮੈਨੂੰ ਕੁਛ ਨਹੀਂ ਕਿਹਾ, ਕਹਿੰਦਾ ਤੂੰ ਆਪਣੇ ਚੱਲ ਜਾ ਘਰ। ਬਟ ਬਾਅਦ ਮੈਨੂੰ ਉਹਦੀ ਜਿੱਦਾਂ ਲੈਟਰ ਆਈ ਸੀਗੀ, ਜਿੱਦਾਂ ਉਹਦੇ ਲਾਇਰ ਹੋਣਾ ਉਹਦਾ ਕੋਈ ਜਿੱਦਾਂ, ਅਤੇ ਉਹਨੇ ਮੈਨੂੰ ਲਿਖਿਆ ਸੀਗੀ ਅਤੇ ਇੱਦਾਂ ਚਾਰਜਸ ਲੱਗੇ ਆ ਜਾਂ ਲਾਉਣੇ ਆ, ਆਈ ਡੋਂਟ ਨੋ, ਜਸਟ ਲੈਟਰ 'ਚ ਲਿਖਿਆ ਹੈਗਾ, ਕੋਈ ਜਿੱਦਾਂ ਆਈ ਨਹੀਂ ਸੀਗੀ, ਅਤੇ ਇੱਦਾਂ ਉਹ ਮੇਰੇ 'ਤੇ ਕੋਈ ਕਾਰਵਾਈ ਕਰ ਸਕਦਾ ਵਾ, ਪਰ ਪੁਲਿਸ ਵਾਲਿਆਂ ਨੇ ਮੈਨੂੰ ਕੁਛ ਨਹੀਂ ਕਿਹਾ ਹੈਗਾ ਜਿੱਦਾਂ ਕੋਈ ਵੀ। ਮੈਂ ਇਹਦੇ ਬਾਰੇ ਪੁੱਛਣਾ ਚਾਹੁੰਦਾ। ਓਕੇ, ਠੀਕ ਹੈ। ਇਹਨਾਂ ਨੇ ਤੁਹਾਨੂੰ ਗੱਲ ਸਾਰੀ ਮਤਲਬ ਇਹਨਾਂ ਦੇ ਇਹ ਆਪਣੇ ਕੰਮ ਕਰਦੇ ਨੇ ਟਰੱਕਿੰਗ ਕੰਪਨੀ 'ਚ, ਉੱਥੇ ਆਪਣੇ ਜਿਹੜਾ ਮਾਲਕ ਹੈ ਉਹਦੇ ਨਾਲ ਲੜਾਈ ਝਗੜਾ ਹੋ ਗਈ, ਥੋੜ੍ਹਾ ਹੱਥੋਂ ਪਾਈ ਹੋਏ, ਥੱਪੜ ਵੀ ਵੱਜੇ, ਪੁਲਿਸ ਵੀ ਆਈ। ਪੁਲਿਸ ਨੇ ਚਾਰਜ ਤਾਂ ਨਹੀਂ ਇਹਨਾਂ ਨੂੰ ਕੀਤਾ, ਪਰ ਇਹ ਕਹਿੰਦੇ ਮੈਨੂੰ ਲੈਟਰ ਆਈ ਹੈ ਲਾਇਰ ਦੀ, ਸ਼ਾਇਦ ਮਤਲਬ ਉਹਨੇ ਕੀਤੀ ਹੋਏ। ਸੋ ਇਹਦੇ 'ਚ ਜੇ ਪੁਲਿਸ ਨੇ ਚਾਰਜ ਇਹਨਾਂ ਨੂੰ ਨਹੀਂ ਕੀਤਾ, ਇਹਨਾਂ ਨੂੰ ਮਤਲਬ ਲੈਟਰ ਕਿਹਦੀ ਆਈ ਹੈ ਅਤੇ ਕੀ ਆਈ ਹੈ? ਇਹ ਤਾਂ ਕਹਿੰਦੇ ਨੇ ਕੋਈ ਲਾਇਰ ਦੀ ਆਈ ਹੈ, ਪਰ ਮੇਰਾ ਖਿਆਲ ਹੈ ਉਹਦੇ 'ਚ ਇਹਨਾਂ ਨੂੰ ਸਲਾਹ ਹੀ ਦਿੱਤੀ ਜਾਏਗੀ ਕਿ ਇਹ ਆਪਣੇ ਲਾਇਰ ਨਾਲ ਗੱਲ ਕਰਨ। ਹਾਂਜੀ, ਇੱਥੇ ਹੁਣ ਇੰਡੀਵਿਜੂਅਲ ਕੇਸ ਦਾ ਤੁਸੀਂ ਨਹੀਂ ਦੇ ਸਕਦੇ। ਜੇ ਪੁਲਿਸ ਨੇ ਚਾਰਜ ਨਹੀਂ ਕੀਤਾ ਤਾਂ ਮਤਲਬ ਇਹ ਹੈ ਕਿ ਪੁਲਿਸ ਨੇ ਵਾਰਨਿੰਗ ਦੇ ਕੇ ਛੱਡਤਾ ਹੋਣਾ ਇਹਨਾਂ ਨੂੰ, ਤਾਂ ਇਹਨਾਂ ਦੇ ਖਿਲਾਫ ਜੇ ਪੁਲਿਸ ਨੇ ਉੱਥੇ ਨਹੀਂ ਚਾਰਜ ਕੀਤਾ ਤਾਂ ਇੱਕ ਡਾਕੂਮੈਂਟ ਹੁੰਦਾ ਜਿਹਨੂੰ ਆਪਾਂ ਅੰਡਰਟੇਕਿੰਗ ਕਹਿੰਦੇ ਹਾਂ, ਜਿਹਨੂੰ ਜਦੋਂ ਆਪਾਂ ਚਾਰਜ ਹੁੰਦੇ ਹਾਂ ਤਾਂ ਆਪਾਂ ਨੂੰ ਅਰੈਸਟ ਕੀਤਾ ਜਾਂਦਾ, ਫਿਰ ਉਹ ਅੰਡਰਟੇਕਿੰਗ ਦੇ ਕੇ ਛੱਡਿਆ ਜਾਂਦਾ ਆਪਾਂ ਨੂੰ, ਜਿਹਦੇ ਕੁਝ ਕੰਡੀਸ਼ਨ ਹੁੰਦੀ ਹੈ। ਜੇ ਉਹ ਨਹੀਂ ਹੈਗਾ, ਤੁਹਾਨੂੰ ਕੋਈ ਕੋਰਟ ਡੇਟ ਨਹੀਂ ਦਿੱਤੀ, ਇਹਦਾ ਮਤਲਬ ਤੁਸੀਂ ਨਹੀਂ ਚਾਰਜ ਹੋ, ਤੁਹਾਡੇ 'ਤੇ ਕੋਈ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਸ਼ੁਰੂ ਹੋਈਆਂ, ਤਾਂ ਤੁਹਾਨੂੰ ਪਰ ਫਿਰ ਵੀ ਕਿਸੇ ਦੀ ਸਲਾਹ ਹੈ ਲੀਗਲ ਪਰ ਹਾਂਜੀ, ਕਿਉਂਕਿ ਮੈਂ ਵੈਸੇ ਜਨਰਲੀ ਵੀ ਕਹਿਣਾ ਚਾਹੂੰਗਾ ਜੀ ਬਾਕੀ ਸਰੋਤਿਆਂ ਲਈ ਵੀ, ਕਿ ਜਿਹੜੀ ਮੈਂ ਸਲਾਹ ਦੇ ਰਿਹਾ ਇਹਨੂੰ ਲੀਗਲ ਐਡਵਾਈਸ ਨਾ ਮੰਨਿਆ ਜਾਵੇ, ਕਿਉਂਕਿ ਮੈਂ ਜਨਰਲ ਥੋੜ੍ਹੀ ਜਿਹੀ ਗੱਲ ਸੁਣ ਕੇ ਤੁਹਾਡੀ ਮੈਂ ਸਲਾਹ ਦੇ ਰਿਹਾ। ਇਹ ਹਰ ਬੰਦੇ ਲਈ, ਹਰ ਬੰਦੇ ਦੇ ਸਰਕਮਸਟੈਂਸ ਦੇ ਹਿਸਾਬ ਨਾਲ ਉਹ ਡਿਫਰੈਂਟ ਹੋ ਸਕਦੀ ਹੈ, ਤਾਂ ਇਹਦੇ 'ਤੇ ਅਮਲ ਕਰਨ ਲੱਗੇ ਥੋੜ੍ਹਾ ਜਿਹਾ ਸਪੈਸੀਫਿਕ ਸਲਾਹ ਵੀ ਲੈ ਲਿੱਤੀ ਜਾਵੇ ਕਿਸੇ ਨਾ ਕਿਸੇ ਤੋਂ, ਆਪਣੇ ਡਿਟੇਲ 'ਚ ਦੱਸ ਕੇ। ਅਤੇ ਇੱਕ ਹੀ ਕਾਲ ਅਸੀਂ ਹੁਣ ਹੋਰ ਲਵਾਂਗੇ, ਬਾਕੀ ਦੋਸਤਾਂ ਤੋਂ ਮੈਨੂੰ ਲੱਗਦਾ ਮਾफ़ੀ ਮੈਂ ਮੰਗ ਲੈਂਦਾ ਹੁਣੇ। ਅਹਿਮਦ ਅਬਦੁਲ ਨਬਰਾਜ, ਤੁਹਾਡੇ ਕੋਲੋਂ ਮਾफ़ੀ ਜੀ। ਅਤੇ ਫੋਨ ਲਾਈਨ 'ਤੇ ਅਸੀਂ ਸਿਰਫ ਹਰਜੀਤ ਸਿੰਘ ਨੇ, ਇਹੀ ਆਖਰੀ ਕਾਲ ਹੋਏਗੀ ਸਾਡੀ। ਹਾਂਜੀ ਹਰਜੀਤ ਜੀ। ਹੈਲੋ। ਹਾਂਜੀ ਹਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਨਾ ਛੋਟੀ ਜਿਹੀ ਸਿਰਫ ਇੰਨਾ ਜਾਣਨਾ ਚਾਹੁੰਦਾ ਵਾਂ ਵੀ ਜਿਵੇਂ ਆਪਾਂ ਆਮ ਤੌਰ 'ਤੇ ਰਾਤ ਨੂੰ ਡਰਿੰਕ ਕਰ ਲੈਂਦੇ ਹਾਂ ਅਤੇ ਸਵੇਰ ਨੂੰ ਆਪਾਂ ਡਰਾਈਵ ਕਰਦੇ ਹਾਂ, ਅਤੇ ਜੇ ਇਨ ਕੇਸ ਆਪਾਂ ਨੂੰ ਰੋਕਦੇ ਆ, ਚੈੱਕ ਕਰਦੇ ਆ, ਅਤੇ ਥੋੜ੍ਹੀ ਬਹੁਤੀ ਅਲਕੋਹਲ ਆਉਂਦੀ ਆ, ਤਾਂ ਉਹਦਾ ਕੀ ਇਫੈਕਟ ਹੁੰਦਾ ਜੀ? ਓਕੇ, ਠੀਕ ਹੈ ਜੀ।
ਇਹ ਸਵਾਲ ਇਹਨਾਂ ਦਾ ਇਹ ਇੰਪੋਰਟੈਂਟ ਸਵਾਲ ਹੈ ਵੀ ਰਾਤ ਨੂੰ ਡਰਿੰਕ ਕੀਤੀ ਹੈ ਤੇ ਸਵੇਰੇ ਸਵੇਰੇ ਉੱਠ ਕੇ ਡਰਾਈਵ ਕਰਨ ਲੱਗ ਗਏ ਤੇ ਬਾਡੀ ਦੇ ਅੰਦਰ ਤੇ ਹੋਣਗੇ ਉਹਦੇ ਹਲੇ ਅੰਸ਼, ਤੇ ਉਸ ਵੇਲੇ ਸਿਚੁਏਸ਼ਨ 'ਚ ਤੁਸੀਂ ਪਕੜੇ ਜਾਂਦੇ ਹੋ ਤੇ ਕੀ ਹੋ ਸਕਦਾ? ਡਿਪੈਂਡ ਕਰਦਾ ਜੀ ਕਾਫੀ ਗੱਲਾਂ 'ਤੇ। ਜੇ ਤੁਸੀਂ ਰਾਤ ਨੂੰ ਸ਼ਰਾਬ ਪੀ ਕੇ ਸੌਂ ਜਾਂਦੇ ਹੋ, ਇਹ ਡਿਪੈਂਡ ਕਰਦਾ ਵੀ ਤੁਸੀਂ ਸ਼ਰਾਬ ਸੌਣ ਤੋਂ ਕਿੰਨੀ ਦੇਰ ਪਹਿਲਾਂ ਪੀਣੀ ਬੰਦ ਕੀਤੀ, ਕਿੰਨੀ ਸ਼ਰਾਬ ਪੀਤੀ, ਕਿਹੜੀ ਸ਼ਰਾਬ ਪੀਤੀ, ਉਸ ਤੋਂ ਬਾਅਦ ਤੁਸੀਂ ਖਾਣਾ ਖਾਧਾ ਕਿ ਖਾਲੀ ਪੇਟ ਹੀ ਸੌਂ ਗਏ, ਕਿੰਨੀ ਦੇਰ ਗੁਜ਼ਰ ਗਈ, ਕਿੰਨੀ ਦੇਰ ਸੁੱਤੇ। ਜੇ ਤੁਸੀਂ ਮੈਂ ਕਹਿੰਦਾ 6-7 ਘੰਟੇ ਸੁੱਤੇ ਹੋ ਤਾਂ ਤੁਸੀਂ ਯੂ ਸ਼ੁਡਨਟ ਬੀ ਵਰਿੰਗ, ਕੋਈ ਇਸ਼ੂ ਨਹੀਂ ਹੋਣਾ ਚਾਹੀਦਾ। ਥੋੜ੍ਹੇ ਤੱਕ ਤੁਹਾਡੀ ਸ਼ਰਾਬ ਇੱਕ ਜਿਹੜੀ 80 ਮਿਲੀਗ੍ਰਾਮ ਜਿਹੜੀ ਲਿਮਿਟ ਹੈ ਉਹ ਤੋਂ ਥੱਲੇ ਆ ਜਾਂਦੀ ਹੈ। ਬਾਕੀ ਬਾਡੀ ਟੂ ਬਾਡੀ ਮੈਟਾਬੋਲਿਜ਼ਮ 'ਤੇ ਵੀ ਡਿਪੈਂਡ ਕਰਦਾ ਜੀ। ਪਰ ਮੈਂ ਤਾਂ ਹੀ ਕਹੂੰਗਾ ਵੀ ਬਹੁਤ ਚੀਜ਼ਾਂ 'ਤੇ ਬਹੁਤ ਫੈਕਟਰ 'ਤੇ ਡਿਪੈਂਡ ਕਰਦਾ। ਪਰ ਜੇ ਰਾਤ ਪੀ ਕੇ ਸੁੱਤੇ ਸਵੇਰੇ ਤੱਕ ਜਨਰਲੀ ਉਤਰ ਜਾਂਦੀ ਹੁੰਦੀ ਹੈ, ਕੋਈ ਇਸ਼ੂ ਨਹੀਂ ਆਉਂਦਾ ਜੀ। ਕਾਰਤਿਕ ਦਾ ਇੱਕ ਮੈਸੇਜ ਹੈ ਕਿ ਵਰਕ ਪਰਮਿਟ ਤੇ ਨੇ ਇਹ PR ਇਹਨਾਂ ਨੇ ਅਪਲਾਈ ਕੀਤੀ ਹੋਈ ਹੈ, 19 'ਚ ਐਕਸੀਡੈਂਟ ਹੋਇਆ ਸੀ, ਨਾਟ ਐਟ ਫਾਲਟ, ਪਰ ਦੂਜੀ ਪਾਰਟੀ ਨੇ ਕੇਸ ਕੀਤਾ ਹੋਇਆ। ਇੰਸ਼ੋਰੈਂਸ ਕਲੇਮ ਹੈਂਡਲ ਕਰ ਰਹੇ ਸਭ, ਇਹਦਾ ਕੀ ਫਰਕ ਪੈਂਦਾ ਇਹਨਾਂ ਦੇ ਸਟੇਟਸ 'ਤੇ ਜਾਣਨਾ ਚਾਹੁੰਦੇ? ਇੱਦਾਂ ਦੇ ਬਹੁਤ ਕੇਸ ਹੋਣਗੇ ਸਟੂਡੈਂਟ ਕਮਿਊਨਿਟੀ 'ਚ ਬਹੁਤ ਜ਼ਿਆਦਾ ਹੈ। ਜੋ ਮੈਂ ਗੱਲ ਸਮਝ ਆਈ ਇਹਨਾਂ ਦੀ ਮੈਨੂੰ ਇਹ ਹੈ ਕਿ ਇਹਨਾਂ ਦਾ ਐਕਸੀਡੈਂਟ ਹੋਇਆ ਹੋਣਾ, ਉਹਦੇ ਵਿੱਚ ਇਹ ਨਾਟ ਐਟ ਫਾਲਟ ਆਏ ਹੋਣੇ, ਤੇ ਪਰ ਦੂਸਰੇ ਬੰਦੇ ਨੇ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਹੋਣਾ ਉਹਨਾਂ ਨੇ ਇਹਨਾਂ 'ਤੇ ਇੱਕ ਸਿਵਲ ਕੇਸ ਕੀਤਾ ਹੋਣਾ, ਆਪਣੀ ਕੋਈ ਇਹਨਾਂ 'ਤੇ ਇੰਜਰੀ ਹੋ ਗਈ ਹੋਣੀ ਆ ਕਿਸੇ ਚੀਜ਼ ਨੂੰ ਉਹਨਾਂ ਨੂੰ ਕੰਪਨਸੇਟ ਕਰਨ ਲਈ। ਤਾਂ ਇਹ ਕ੍ਰਿਮੀਨਲ ਅਫੈਂਸ ਨਹੀਂ ਹੈ ਜੀ, ਨਾ ਹੀ ਇਹਨਾਂ ਚੀਜ਼ਾਂ ਦਾ ਇਮੀਗ੍ਰੇਸ਼ਨ 'ਤੇ ਇਫੈਕਟ ਪੈਂਦਾ। ਪਰ ਹਾਂ, ਇਹ ਜਿਹੜੀ ਇਹ ਕੇਸ ਹੁੰਦੇ ਨੇ ਇਹ ਫਾਈਨੈਂਸ਼ੀਅਲ ਹੁੰਦੇ ਨੇ, ਤੁਹਾਨੂੰ ਪੈਸੇ ਦੇਣੇ ਪੈ ਸਕਦੇ ਨੇ, ਪੈਸੇ ਜਾਂ ਤੁਹਾਡੀ ਇੰਸ਼ੋਰੈਂਸ ਕੰਪਨੀ ਦੇ ਡਿਪੈਂਡਿੰਗ ਔਨ ਤੁਹਾਡੀ ਇੰਸ਼ੋਰੈਂਸ ਹੈਗੀ ਹੈ ਕਿਹੜੀ ਇੰਸ਼ੋਰੈਂਸ ਤੁਹਾਡੀ, ਤਾਂ ਉਹ ਜ਼ਿਆਦਾਤਰ ਇੰਸ਼ੋਰੈਂਸ ਕੰਪਨੀਜ਼ ਇਹ ਕੇਸ ਫਾਈਟ ਕਰਦੀਆਂ ਨੇ, ਉਹਨਾਂ ਦੇ ਥਰੂ ਉਹ ਕੰਪਨਸੇਸ਼ਨ ਲੈਂਦੇ ਨੇ ਪੈਸੇ ਲੈ ਕੇ। ਜੇ ਅਗਲੇ ਬੰਦੇ ਨੂੰ ਲੱਗੇ ਵੀ ਸਾਨੂੰ ਸਾਡੇ ਇੰਜਰੀਜ਼ ਲਈ, ਸਾਡੀ ਨੁਕਸਾਨ ਲਈ ਕੰਪਨਸੇਸ਼ਨ ਪੂਰੀ ਨਹੀਂ ਮਿਲੀ, ਘੱਟ ਮਿਲੀ ਹੈ, ਫਿਰ ਉਹ ਤੁਹਾਡੇ 'ਤੇ ਕੇਸ ਕਰਦੇ ਨੇ। ਪਰ ਇਹਦਾ ਕ੍ਰਿਮੀਨਲ ਕੌਨਸੀਕੁਐਂਸਿਸ ਨਹੀਂ ਹੁੰਦੇ ਜੀ ਜ਼ਿਆਦਾਤਰ ਕੇਸਿਸ 'ਚ, ਕਿਉਂਕਿ ਐਕਸੀਡੈਂਟ ਹੋ ਗਿਆ, ਐਕਸੀਡੈਂਟ ਇੱਕ ਗਲਤੀ ਹੁੰਦੀ ਹੈ, ਕਿਸੇ ਤੋਂ ਵੀ ਹੋ ਸਕਦਾ। ਐਕਸੀਡੈਂਟ ਤੁਹਾਡੇ ਸ਼ਰਾਬ ਪੀਣ ਕਰਕੇ ਹੋਇਆ, ਐਕਸੀਡੈਂਟ ਤਾਂ ਹੋਇਆ ਤੁਸੀਂ ਰੈੱਡ ਲਾਈਟ ਕ੍ਰੋਸ ਕੀਤੀ, ਐਕਸੀਡੈਂਟ ਤਾਂ ਹੋਇਆ ਤੁਸੀਂ ਗਲਤ ਗੱਡੀ ਚਲਾ ਰਹੇ ਸੀ, ਫਿਰ ਤੁਹਾਡੇ 'ਤੇ ਕ੍ਰਿਮੀਨਲ ਚਾਰਜਿਸ ਲੱਗ ਸਕਦੇ ਨੇ, ਡੇਂਜਰਸ ਡਰਾਈਵਿੰਗ ਦੇ ਲੱਗ ਸਕਦੇ ਨੇ, ਪੇਅਰ ਡਰਾਈਵਿੰਗ ਦੇ ਲੱਗ ਸਕਦੇ ਨੇ। ਪਰ ਜੇ ਤੁਸੀਂ ਸਹੀ ਚਲਾ ਰਹੇ ਹੋ ਫਿਰ ਵੀ ਐਕਸੀਡੈਂਟ ਹੋ ਗਿਆ, ਫਿਰ ਉਹ ਚਾਰਜਿਸ ਨਹੀਂ ਲੱਗਦੇ। ਪਰ ਹਾਂ, ਇੰਸ਼ੋਰੈਂਸ ਦੇ ਥਰੂ ਤੁਹਾਨੂੰ ਜਾਣਾ ਪੈਂਦਾ। ਜੇ ਅਗਲੇ ਬੰਦੇ ਇੰਜਰੀਜ਼ ਹੋ ਗਈਆਂ, ਉਹ ਕੇਸ ਕਰਕੇ ਕਲੇਮ ਕਰਦੇ ਨੇ ਵੀ ਸਾਨੂੰ ਜੇ ਕੰਪਨਸੇਸ਼ਨ ਨਹੀਂ ਦਿੱਤੀ ਜਾਵੇ। ਜੇ ਤੁਹਾਡੇ ਕੁਝ ਹੋਈਆਂ ਤੁਸੀਂ ਵੀ ਕੇਸ ਕਰਕੇ ਕਰ ਸਕਦੇ ਹੋ, ਅਗਲੇ ਤੋਂ ਪੁੱਛ ਸਕਦੇ ਹੋ। ਜੇ ਤੁਹਾਡੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਪੂਰਾ ਨਹੀਂ ਦੇ ਰਹੀ ਮੁਆਵਜ਼ਾ ਦਾ, ਤੁਸੀਂ ਵੱਧ ਮੰਗ ਸਕਦੇ ਹੋ। ਉਹ ਇੱਕ ਪ੍ਰੋਸੀਜਰ ਹੈ, ਪਰ ਉਹ ਕ੍ਰਿਮੀਨਲ ਲਾਅ ਨਾਲ ਰਿਲੇਟਡ ਨਹੀਂ ਹੈਗਾ ਜੀ। ਪਰ ਸਾਰੀ ਗੱਲ ਜੀ ਇੱਥੇ ਨਿਬੇੜ ਸਕਦੇ ਹਾਂ ਜੀ ਅਸੀਂ ਕਿ ਜਿਹੜੀ ਸਾਰੀ ਗੱਲ ਅੱਜ ਦਾ ਮਕਸਦ ਵੀ ਇਹੀ ਸੀ ਕਿ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਨਿੱਕੀਆਂ ਨਿੱਕੀਆਂ ਗਲਤੀਆਂ ਹੀ ਨੇ ਬਿਲਕੁਲ, ਜਿਹੜੀਆਂ ਮੁੜ ਕੇ ਉਹਨਾਂ ਦਾ ਇੰਪੈਕਟ ਇੰਨਾ ਵੱਡਾ ਹੋ ਸਕਦਾ ਕਿ ਸ਼ਾਇਦ ਤੁਹਾਡੀ ਸਾਰੀ ਉਮਰ ਬਿਲਕੁਲ ਤੁਸੀਂ ਉਹਦੀ ਕੀਮਤ ਉਤਾਰਦੇ ਜਾਓ ਯਾਰ, ਪਛਤਾਉਂਦੇ ਰਹੋ। ਹਾਂਜੀ, ਮੈਂ ਵੈਸੇ ਤਾਂ ਮੈਂ ਇਹੀ ਕਹੂੰਗਾ, ਕਿਉਂਕਿ ਇਹ ਚੀਜ਼ਾਂ ਨੂੰ ਮੈਂ ਡੇਲੀ ਦੇਖਦਾ ਜੀ ਫਸਟ ਹੈਂਡ। ਮੇਰੇ ਕੋਲ ਲੋਕ ਆਉਂਦੇ ਨੇ, ਉਹਨਾਂ ਦੀ ਲਾਈਫ 'ਤੇ ਕੀ ਇਫੈਕਟ ਪੈਂਦਾ, ਉਹ ਕਿੰਨਾ ਸਟ੍ਰੈਸ 'ਚ ਚਲੇ ਜਾਂਦੇ ਨੇ, ਉਹਨਾਂ ਦੀ ਹਾਲਤ ਚੇਂਜ ਹੋ ਜਾਂਦੀ ਹੈ ਕੁਛ ਸਾਲਾਂ ਦੇ ਵਿੱਚ। ਤਾਂ ਇਹਨਾਂ ਤੋਂ ਪਰਹੇਜ਼ ਹੀ ਰੱਖਣਾ ਚਾਹੀਦਾ। ਕਿਸੇ ਵੀ ਤਰੀਕੇ ਦਾ ਲਾਅ ਹੈ, ਚਾਹੇ ਉਹ ਟ੍ਰੈਫਿਕ ਟਿਕਟ ਹੈ, ਚਾਹੇ ਉਹ ਕਾਰ ਲੋਨ ਰੀਪੇਮੈਂਟ ਹੈ, ਚਾਹੇ ਉਹ ਕ੍ਰਿਮੀਨਲ ਅਫੈਂਸ ਹੈ, ਹਰ ਲਾਅ ਨੂੰ ਫੋਲੋ ਕਰੋ। ਲਾਅਜ਼ ਸਰਕਾਰ ਨੇ ਆਪਣੀ ਸੇਫਟੀ ਲਈ, ਆਪਣੇ ਬਿਹੇਵੀਅਰ ਨੂੰ ਰੈਗੂਲੇਟ ਕਰਨ ਲਈ ਬਣਾਏ ਨੇ ਕਿ ਜੇ ਮੈਂ ਲਾਅ 'ਚ ਚੱਲੂੰਗਾ ਤਾਂ ਹੀ ਦੂਸਰਾ ਬੰਦਾ ਆਪਣੇ ਰਾਈਟਸ ਇੰਜੋਏ ਕਰ ਸਕੇਗਾ। ਜੇ ਮੈਂ ਆਪਣੇ ਰਾਈਟਸ ਨੂੰ ਮਿਸਯੂਜ਼ ਕਰੂੰਗਾ ਤਾਂ ਆਪਾਂ ਦੂਸਰਿਆਂ ਨਾਲ ਇੰਟਰਫੇਅਰ ਕਰਾਂਗੇ, ਸੋਸਾਇਟੀ ਖਰਾਬ ਹੁੰਦੀ ਹੈ ਜੀ। ਤਾਂ ਮੈਂ ਤਾਂ ਇਹੀ ਕਹੂੰਗਾ ਕਿ ਬਿਲਕੁਲ ਪਰਹੇਜ਼ ਕੀਤਾ ਜਾਵੇ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅਤੇ ਇਹਦੇ ਨਾਲ ਹੀ ਫਿਰ ਅਸੀਂ ਗੱਲਬਾਤ ਇੱਥੇ ਹੀ ਖਤਮ ਕਰਾਂਗੇ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਅਤੇ ਜਿਹੜੇ ਦੋਸਤ ਗੱਲਬਾਤ ਸ਼ਾਮਲ ਹੋਏ, ਜਿਨ੍ਹਾਂ ਨੇ ਕੁਐਸਚਨ ਕੀਤੇ, ਜਿਨ੍ਹਾਂ ਨੇ ਕਾਲਸ ਕੀਤੀਆਂ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਿਣੀ ਹੈ ਕਿ ਇਹਨਾਂ ਦੀ ਜਿਹੜੀ ਐਡਵਾਈਸ ਹੈ, ਅੱਜ ਜੋ ਵੀ ਗੱਲਬਾਤ ਕੀਤੀ, ਇਹਨੂੰ ਕੋਈ ਲੀਗਲ ਐਡਵਾਈਸ ਨਾ ਸਮਝਿਆ ਜਾਏ। ਇਹ ਜਨਰਲ ਕੌਮੈਂਟ ਨੇ। ਜੇ ਤੁਹਾਡਾ ਕੋਈ ਆਪਣਾ ਕੇਸ ਹੈ, ਆਪਣੀ ਸਿਚੁਏਸ਼ਨ ਹੈ, ਉਹਦੇ ਬਾਰੇ ਤੁਸੀਂ ਆਪਣੇ ਲਾਇਰ ਦੀ ਸਲਾਹ ਲਓ ਅਤੇ ਉਸ ਸਲਾਹ ਦੇ ਮੁਤਾਬਕ ਕੰਮ ਕਰੋ। ਅੱਜ ਦੀ ਜਿਹੜੀ ਸਲਾਹ ਹੈ, ਇਹ ਕੋਈ ਕਿਸੇ ਦੇ ਕੇਸ 'ਚ ਕੋਈ ਲੀਗਲ ਐਡਵਾਈਸ ਨਹੀਂ ਹੈ।